राखो राखन हार दयाला, नानक करके गोले जी। मैं मूरख की केतक बात है, कोट पराधी तरियारे। गुरु नानक जिन सुनिया पेख्या से, फिर गरवास न परियारे। तुमरी शरण तुम्हारी आशा, तुम ही सजन सुहेले। राखो राखन हार दयाला, नानक करके गोले। ਜਦੋਂ ਸੁਣਿਆ ਗੁਰਾਂ ਦਾ ਜੀ ਆਉਣਾ, ਮੇਰੇ ਮਨ ਚਾਉ ਦਇਆ। ਸੁਣਿਆ ਗੁਰਾਂ ਦਾ ਆਉਣਾ, ਮੇਰੇ ਮਨ ਚਾਉ ਪਿਆ। ਗੁਰਾਂ ਦਾ ਆਉਣਾ, ਮੇਰੇ ਮਨ ਚਾਉ ਮਿਆ। ਜਦੋਂ ਸੁਣਿਆ ਗੁਰਾਂ ਦਾ ਆਉਣਾ, ਮੇਰੇ ਮਨ ਚਾਉ ਮਿਆ। ਮੇਰੇ ਮਨ ਜੀ ਚਾਉ ਮਿਆ, ਮੇਰੇ ਮਨ ਜੀ ਚਾਉ ਮਿਆ। ਜਦੋਂ ਸੁਣਿਆ ਗੁਰਾਂ ਦਾ ਆਉਣਾ, ਮੇਰੇ ਮਨ ਚਾਉ ਗਿਆ। ਜਦੋਂ ਸੁਣਿਆ ਗੁਰਾਂ ਦਾ ਆਉਣਾ, ਮੇਰੇ ਮਨ ਚਾਉ ਗਿਆ। ਜੀ ਮੇਰੇ ਮਨ
ਜੀ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਪ੍ਰਭ ਆਗਮ ਸੁਣਿਆ ਜੀ, ਮਨ ਮੈਂ ਚਾਉ ਭਇਆ। ਆਗਮ ਸੁਣਿਆ ਜੀ, ਮਨ ਮੈਂ ਚਾਉ ਭਇਆ। ਪ੍ਰਭ ਆਗਮ ਪ੍ਰਭ ਆਗਮ ਸੁਣਿਆ ਜੀ, ਮਨ ਮੈਂ ਚਾਉ। ਆਗਮ ਸੁਣਿਆ, ਮਨ ਮੈਂ ਚਾਉ ਭਇਆ। ਆਗਮ ਸੁਣਿਆ, ਆਗਮ ਸੁਣਿਆ, ਆਗਮ ਸੁਣਿਆ। ਆਗਮ ਸੁਣਿਆ, ਆਗਮ ਸੁਣਿਆ, ਆਗਮ ਸੁਣਿਆ, ਆਗਮ ਸੁਣਿਆ। ਆਗਮ ਸੁਣਿਆ, ਮਨ ਮੈਂ ਚਾਉ। ਆਗਮ ਸੁਣਿਆ ਜੀ, ਮਨ ਮੈਂ ਚਾਉ ਭਇਆ। ਪ੍ਰਭ ਆਗਮ ਸੁਣਿਆ, ਮਨ ਜਾਓ ਭਇਆ। ਪ੍ਰਭ ਆਗਮ ਸੁਣਿਆ, ਹਰ ਗਾਉ ਸਖੀ ਮੰਗਲ, ਗ੍ਰਹਿ ਮੰਦਰ ਬਣਿਆ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਜਿਸ ਸਿਮਰਤ ਸੁਖ ਪਾਈ ਹੈ, ਸਭ ਦਿਖਾ ਬੁਝਾਈ। ਕਰ ਸੇਵਾ ਗੁਰ ਪਾਰ, ਬ੍ਰਹਮ ਭੁਖ ਰਹਿ ਨ ਕਾਈ। ਸਗਲ ਮਨੋਰਥ ਪੁੰਨਿਆ, ਅਮਰਾ ਪਦ ਪਾਈ। ਸਗਲ ਮਨੋਰਥ ਪੁੰਨਿਆ, ਅਮਰਾ ਪਦ ਪਾਈ। ਤੁਧ ਜੇ ਵਡ ਤੂੰ ਗਏ ਪਾਰ, ਬ੍ਰਹਮ ਨਾਨਕ ਸ਼ਰਨਾਈ। ਗੁਰ ਸਿੱਖਾ ਮਨ ਵਧਾਈਆਂ, ਮੇਰੇ ਮਨ ਜਾਓ ਪਿਆ। ਗੁਰ ਸਿੱਖਾ ਮਨ ਵਧਾਈਆਂ, ਮੇਰੇ ਮਨ ਜਾਓ ਪਿਆ। ਗੁਰ ਮੇਰੇ ਮਨ, ਗੁਰ ਸਿੱਖਾ ਮਨ ਵਧਾਈਆਂ, ਮੇਰੇ ਮਨ। ਗੁਰ ਸਿੱਖਾ ਮਨ ਵਧਾਈਆਂ, ਮੇਰੇ ਮਨ। ਗੁਰ ਸਿੱਖਾ ਮਨ ਵਧਾਈਆਂ, ਮੇਰੇ ਮਨ ਜਾਓ ਭਇਆ।
ਸਿੱਖਾ ਮਨ ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿਠਾ ਕੋਈ ਘਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ ਮਿੱਠਾ। ਵਾਹਿਗੁਰੂ ਜੀ ਕਾ ਖਾਲਸਾ। ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿਠਾ ਕੋਈ ਘਰ ਗੱਲ ਸੁਣਾਵੇ ਹਰ ਨਾਮ ਕੀ ਘਰ ਗੱਲ ਸੁਣਾਵੇ ਘਰ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ ਹਰ ਦਰ ਗਏ ਗੁਰ ਸਿੱਖ ਬਹਿਨਾਈ ਹੈ। ਹਰ ਦਰ ਗਏ ਗੁਰ ਸਿੱਖ ਬਹਿਨਾਈਆ ਜਿਨ ਮੇਰਾ ਸਤਿਗੁਰ ਜਨ ਨਾਨਕ ਘਰ ਘਰ ਹੋਇਆ। ਹਰ ਦਰ ਗਏ ਗੁਰ ਸਿੱਖ ਬਹਿਨਾਈਆ ਜਿਨ ਮੇਰਾ ਸਤਿਗੁਰ ਤੁਠਾ ਜਨ ਨਾਨਕ ਹਰ ਘਰ ਹੋਇਆ। ਜਨ ਨਾਨਕ ਹਰ ਘਰ ਹੋਇਆ ਹਰ ਹਰ ਮਨ ਮੁੱਠਾ ਗੁਰ ਸਿੱਖਾ ਮਨ ਵਧਾਈਆਂ। ਨਾਮ ਜਪੀਏ ਤਾਂ ਦੂਰ ਗੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈ। ਨਾਮ ਜਪੀਏ ਤਾਂ ਦੂਰ ਹੁੰਦੇ ਸੇਵਾ ਕਰਕੇ ਮਾਣ ਪਾਈਦਾ। ਸਾਰੇ ਬੋਲੋ ਜਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖ ਸੇਵਾ ਕਰਕੇ ਮਾਣ ਪਾਈਦਾ। ਹਾਂ ਸੇਵਾ ਕਰਕੇ ਕਰਕੇ ਜੀ ਮਾਣ ਭਾਈ ਉਹ ਸੇਵਾ ਕਰਕੇ ਜੀ ਮਾਣ ਭਾਈ ਦਾ। ਨਾਮ
ਜਪੀਏ ਤਾਂ ਦੂਰ ਹੁੰਦੇ ਦੁਖੜੇ। सेवा करके कबीर सेवा को दोए भले, एक संत एक राम जो दाता। कोई भुल खिमा करो जी। वाहिगुरु जी का खालसा वाहिगुरु जी की फतेह। ਆਪ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ 9ਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਬੇਅੰਤ ਲੱਖ ਲੱਖ ਵਧਾਈਆਂ ਹੋਣ। ਸੋਹਣੇ ਲੰਗਰਹਾਰ ਸੁੰਦਰਹਾਰ ਬਾਬਾ ਜੀ ਨੇ ਰਹਿਮਤਾਂ ਕੀਤੀਆਂ। ਸੰਤ ਮਹਾਰਾਜ ਬਾਬਾ ਬਲਜਿੰਦਰ ਸਿੰਘ ਜੀ ਵੱਡਿਆਂ ਦਾਦਿਆਂ ਦੀ ਕਿਰਪਾ ਨਾਲ ਆਪ ਸਭ ਵਧਾਈਆਂ ਦੇ ਪਾਤਰੋ। ਅੱਜ ਉਦਘਾਟਨ ਹੋਣ ਜਾ ਰਿਹਾ, ਸੋ ਬਹੁਤ ਖੁਸ਼ੀ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬਹੁਤ ਬਹੁਤ ਵਧਾਈਆਂ ਜੀ। ਸਤਿਗੁਰਾਂ ਦੀ ਪਾਵਨ ਅਤੇ ਪਵਿੱਤਰ ਹੀਰ ਦੇ ਵਿੱਚ ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਮਾਈ ਭਾਈ ਤਥਾ ਜਿੰਨੀ ਵੀ ਸੰਗਤ ਹਾਜ਼ਰ ਹੈ, ਸਾਰੇ ਰਲ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਸਨ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਅਮਰੀਕ ਸਿੰਘ ਜੀ ਪੰਜ ਭੈਣੀਆਂ ਵਾਲੇ ਮਹਾਂਪੁਰਸ਼ ਜੋ ਕੀਰਤਨ ਦੁਆਰਾ ਹਾਜ਼ਰੀ ਭਰ ਕੇ ਹਟੇ ਹਨ, ਉਪਰੰਤ ਆਓ ਹੁਣ ਆਪਾਂ ਥੋੜ੍ਹੇ ਸਮੇਂ ਲਈ ਬੇਨਤੀ ਕਰਾਂਗੇ। ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸ਼੍ਰੀਮਾਨ ਸਤਿਕਾਰਯੋਗ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ, ਜੋ ਆਪ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਔਰ ਗੁਰਮਤਿਆਂ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਉਪਰੰਤ ਕੀਰਤਨ ਦੀ ਸਮਾਪਤੀ ਤੋਂ ਬਾਅਦ ਆਪਾਂ ਸਾਰਿਆਂ ਨੇ ਰਲ ਕੇ ਗੁਰੂ ਚਰਨਾਂ ਦੇ ਅੰਦਰ, ਜਿੱਥੇ ਅੱਜ ਦਾ ਇਹ ਪਾਵਨ ਪਵਿੱਤਰ ਦਿਹਾੜਾ ਜੋ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਸਮੁੱਚਾ ਹੀ ਸਿੱਖ ਜਗਤ ਰਲ ਕੇ ਮਨਾ ਰਿਹਾ ਹੈ, ਜਿੱਥੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਅਰਦਾਸ ਹੋਵੇਗੀ, ਉੱਥੇ ਆ ਜੋ ਨਵਾਂ ਲੰਗਰ ਹਾਲ ਮਹਾਂਪੁਰਖਾਂ ਦੀ ਕਿਰਪਾ ਦੇ ਸਦਕਾ ਬੜੇ ਥੋੜ੍ਹੇ ਸਮੇਂ ਦੇ ਅੰਦਰ ਤਿਆਰ ਹੋ ਕੇ ਸੰਗਤ ਦੀ ਸਹੂਲਤ ਵਾਸਤੇ ਅੱਜ ਇਹਦਾ ਸ਼ੁਭ ਮਹੂਰਤ, ਇਹਦਾ ਉਦਘਾਟਨ ਮਹਾਂਪੁਰਖਾਂ ਦੇ ਸ਼ੁਭ ਹੱਥਾਂ ਤੋਂ ਕਰਾਇਆ ਜਾਣਾ ਹੈ। ਆਪਾਂ ਇਸ ਨਵੇਂ ਲੰਗਰ ਹਾਲ ਦੀ ਵੀ ਅਰਦਾਸ ਕਰਨੀ ਹੈ। ਇਸੇ ਹੀ ਖੁਸ਼ੀ ਦੇ ਅੰਦਰ ਜਿੱਥੇ ਅੱਜ ਸਵੇਰੇ ਅੰਮ੍ਰਿਤ ਵੇਲੇ ਰੱਖੇ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਇਸ ਪੰਡਾਲ ਦੇ ਅੰਦਰ ਥੋੜ੍ਹਾ ਸਮਾਂ ਪਹਿਲਾਂ ਆਪਾਂ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਨੇ। ਉਪਰੰਤ ਕੱਲ੍ਹ ਦੇ ਸਮਾਗਮ ਸਾਰਾ ਦਿਨ ਦੇ ਵੱਡੇ ਸਮਾਗਮ ਹੋਣੇ ਨੇ। ਸੋ ਮੈਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰੂੰ ਭਾਈ, ਪਹਿਲਾਂ ਕੀਰਤਨ ਹੋਵੇਗਾ, ਅਰਦਾਸ ਹੋਵੇਗੀ, ਸਤਿਗੁਰੂ ਸਾਹਿਬ ਦਾ ਹੁਕਮਨਾਮਾ, ਫਿਰ ਆਪਣੇ ਜਿੰਨੇ ਮਹਾਂਪੁਰਸ਼ ਸਟੇਜ 'ਤੇ ਸੁਸ਼ੋਭਿਤ ਨੇ ਸਾਰਿਆਂ ਨੂੰ ਮੇਰੀ ਸਨਿਮਰ ਬੇਨਤੀ ਹੈ, ਇਹਨਾਂ ਮਹਾਂਪੁਰਸ਼ਾਂ ਨੇ ਸਤਿਕਾਰਯੋਗ ਸੰਤ ਬਾਬਾ ਬਲਜਿੰਦਰ ਸਿੰਘ ਦੇ ਨਾਲ ਜਾ ਕੇ ਪਹਿਲਾਂ ਉਦਘਾਟਨ ਦੀ ਰਸਮ ਅਦਾ ਕਰਾਉਣੀ ਹੈ। ਉਸ ਤੋਂ ਬਾਅਦ ਆਪਾਂ ਸਾਰੇ ਵਾਪਸ ਇੱਥੇ ਆਵਾਂਗੇ, ਫਿਰ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਉਪਰੰਤ ਗੁਰੂ ਕਾ ਲੰਗਰ ਵਰਤਣਾ ਹੈ। ਇੱਕ ਮੈਂ ਹੋਰ ਜਾਣਕਾਰੀ ਦੇ ਦਿਆਂ, ਜਿਹੜੇ ਸੱਜਣਾਂ ਨੇ, ਜਿਨ੍ਹਾਂ ਇੰਜੀਨੀਅਰਾਂ ਨੇ, ਜਿਨ੍ਹਾਂ ਵਿਅਕਤੀਆਂ ਨੇ ਵਿਸ਼ੇਸ਼ ਯੋਗਦਾਨ ਇਸ ਇਮਾਰਤ ਦੇ ਅੰਦਰ ਪਾਇਆ ਹੈ, ਬੜੇ ਥੋੜ੍ਹੇ ਸਮੇਂ ਦੇ ਅੰਦਰ ਇਹ ਵੱਡੀ ਇਮਾਰਤ ਬਣ ਕੇ ਸੰਗਤ ਦੀ ਸਹੂਲਤ ਵਾਸਤੇ ਤਿਆਰ ਹੋਈ ਹੈ। ਉਹਨਾਂ ਸਾਰੇ ਵਿਅਕਤੀਆਂ ਦਾ ਜਿਹੜਾ ਸਨਮਾਨ ਹੈ ਉਹ ਕੱਲ੍ਹ ਨੂੰ ਜਦੋਂ ਆਪਣਾ ਵੱਡਾ ਸਮਾਗਮ ਹੋਵੇਗਾ ਦਰਬਾਰ ਸਾਹਿਬ ਦੇ ਵਿੱਚ, ਉਹਨਾਂ ਸਾਰੇ ਵਿਅਕਤੀਆਂ ਦਾ ਜਿਹੜਾ ਸਨਮਾਨ ਹੈ ਮਹਾਂਪੁਰਖਾਂ ਦੇ ਸ਼ੁਭ ਹੱਥਾਂ ਤੋਂ ਕਰਾਇਆ ਜਾਵੇਗਾ। ਇਸ ਕਰਕੇ ਮੇਰੀ ਬੇਨਤੀ ਹੈ ਸਰਦਾਰ ਮਲਕੀਤ ਸਿੰਘ ਉਹਨਾਂ ਨੂੰ, ਉਹ ਆਪਣੀ ਲਿਸਟ ਅੱਜ ਸ਼ਾਮ ਤੱਕ ਤਿਆਰ ਕਰਕੇ ਦੇ ਦੇਣਗੇ ਕਿ ਕਿਹਨਾਂ ਵਿਅਕਤੀਆਂ ਦਾ, ਕਿਹਨਾਂ ਉਹਨਾਂ ਸੱਜਣਾਂ ਦਾ ਸਨਮਾਨ ਕਰਨਾ ਬਣਦਾ ਹੈ। ਫਿਰ ਆਪਾਂ ਕੱਲ੍ਹ ਨੂੰ ਉਹਨਾਂ ਦਾ ਵਿਸ਼ੇਸ਼ ਸਨਮਾਨ ਮਹਾਂਪੁਰਸ਼ਾਂ ਦੇ ਹੱਥਾਂ ਤੋਂ ਕਰਾਵਾਂਗੇ। ਆਓ ਆਪਾਂ ਬੇਨਤੀ ਕਰੀਏ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ, ਜਿੰਨਾ ਕੁ ਸਮਾਂ ਉਹ ਠੀਕ ਸਮਝਣਗੇ ਆਪ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਗਾਵੋ ਸੰਗਤ ਗੁਣ ਪੂਰਿਆ ਗੁਰਾਂ ਦੇ, ਗਾਵੋ ਸੰਗਤ ਗੁਣ ਪੂਰਿਆ ਗੁਰਾਂ ਦੇ।
ਗਾਵੋ ਸੰਗਤ ਗੁਣ ਪੂਰਿਆ ਗੁਰਾਂ ਦੇ ਗਾਵੋ ਸੰਗਤ ਗੁਣ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ ਗਾਵੋ ਸੰਗਤ ਗੁਣ ਪੂਰਿਆ ਗੁਰਾਂ ਦੇ ਗਾਵੋ ਸੰਗਤ ਗੁਣ ਪੂਰਿਆ ਗੁਰਾਂ ਦੇ ਪੂਰਾ ਪ੍ਰਭ ਆਰਾਧਿਆ ਪੂਰਾ ਜਗਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸਾਧ ਸੰਗਤ ਸਮਰੱਥ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 400 ਪ੍ਰਕਾਸ਼ ਦਿਹਾੜੇ 400ਵੇਂ ਪ੍ਰਕਾਸ਼ ਦਿਹਾੜੇ ਦੇ ਇਸ ਮਹਾਨ ਪਵਿੱਤਰ ਅਵਸਰ ਤੇ ਆਪ ਸਰਬੱਤ ਗੁਰਮੁਖ ਮਾਈ ਭਾਈ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਇਕੱਤਰ ਹੋਏ ਹੋ। ਭਾਵੇਂ ਸਤਿਗੁਰੂ ਜੀ ਦਾ ਇਹ 400 ਸਾਲਾ ਪ੍ਰਕਾਸ਼ ਦਿਹਾੜਾ ਆਪਾਂ ਬਹੁਤ ਵੱਡੀ ਪੱਧਰ ਤੇ ਮਨਾਉਣਾ ਸੀ, ਪਰ ਸਮੇਂ ਦੀ ਨਜ਼ਾਕਤ ਦੇਖ ਕੇ ਇਸ ਸਮਾਗਮ ਨੂੰ ਬਹੁਤ ਸੀਮਿਤ ਰੱਖਣਾ ਪਿਆ। ਭਾਵੇਂ ਅੱਜ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਸਮੁੱਚਾ ਹੀ ਸਿੱਖ ਜਗਤ ਇਸ ਮਹਾਨ ਪਵਿੱਤਰ ਦਿਹਾੜੇ ਨੂੰ ਮਨਾ ਰਿਹਾ ਹੈ, ਕਿਤੇ ਵੱਡੀ ਪੱਧਰ ਤੇ, ਕਿਤੇ ਇਸ ਸਮਾਗਮ ਨੂੰ ਥੋੜ੍ਹਾ ਸੀਮਿਤ ਰੱਖ ਕੇ ਵਿਸ਼ੇਸ਼ ਸਮਾਗਮ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਗੁਰੂ ਕੇ ਮਹਿਲ, ਜਿੱਥੇ ਅੱਜ ਦੇ ਦਿਨ ਵੈਸਾਖ ਵਦੀ ਪੰਚਮੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖੋਂ
ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਅਵਤਾਰ ਹੋਇਆ। ਮੁੱਖ ਸਮਾਗਮ ਉੱਥੇ ਹੋ ਰਹੇ ਨੇ। ਤੇ ਕੋਵਿਡ ਦੀ ਮਹਾਮਾਰੀ ਹੋਣ ਦੇ ਬਾਵਜੂਦ ਵੀ ਉੱਥੇ ਹਜ਼ਾਰਾਂ ਹੀ ਸੰਗਤਾਂ ਜਾ ਕੇ ਨਤਮਸਤਕ ਹੋ ਰਹੀਆਂ ਨੇ। ਸਤਿਗੁਰੂ ਜੀ ਦਾ ਉਪਕਾਰ ਹੀ ਇਤਨਾ ਵੱਡਾ ਹੈ, ਜਿਸ ਨੂੰ ਮਨੁੱਖਤਾ ਭੁਲਾ ਹੀ ਨਹੀਂ ਸਕਦੀ। ਉਹਨਾਂ ਨੇ ਸੰਸਾਰ ਤੇ ਅਵਤਾਰ ਲੈ ਕੇ ਕੁਰਬਾਨੀ ਇਤਨੀ ਵੱਡੀ ਕੀਤੀ ਹੈ, ਜਿਹਦੇ ਨਾਲ ਦੀ ਸੰਸਾਰ ਤੇ ਕੋਈ ਮਿਸਾਲ ਹੀ ਨਹੀਂ ਮਿਲਦੀ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਤਾਂ 2 ਪੰਕਤੀਆਂ ਦੇ ਵਿੱਚ ਹੀ ਇਸ ਗੱਲ ਦਾ ਨਿਰਣਾ ਕਰ ਦਿੱਤਾ ਹੈ ਕਿ ਉਹਨਾਂ ਜੈਸੀ ਕੁਰਬਾਨੀ, ਉਹਨਾਂ ਜੈਸਾ ਬਲੀਦਾਨ ਅੱਜ ਤੱਕ ਸੰਸਾਰ ਤੇ ਕੋਈ ਕਰ ਹੀ ਨਹੀਂ ਸਕਿਆ। ਠੀਕਰ ਫੋਰ ਦਿੱਲੀਸ ਸਿਰ ਪ੍ਰਭ ਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਉਹਨਾਂ ਜੈਸੀ ਕਿਰਿਆ, ਉਹਨਾਂ ਜੈਸਾ ਕਾਰਨਾਮਾ ਕੋਈ ਅੰਜਾਮ ਨਹੀਂ ਦੇ ਸਕਿਆ। ਕਿਸੇ ਪਰਾਏ ਧਰਮ ਦੀ ਰੱਖਿਆ ਵਾਸਤੇ ਅੱਜ ਤੱਕ ਸੰਸਾਰ ਤੇ ਕਿਸੇ ਰਹਿਬਰ ਨੇ ਆਪਣਾ ਆਪਾ ਕੁਰਬਾਨ ਨਹੀਂ ਕੀਤਾ। ਇਹ ਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਹੀ ਇੱਕ ਸੰਸਾਰ ਨੂੰ ਜਾਚ ਸਿਖਾਈ ਕਿ ਕਿਵੇਂ ਦੂਸਰਿਆਂ ਦੇ ਧਰਮ ਦੀ ਰੱਖਿਆ ਲਈ ਵੀ ਆਪਣਾ ਆਪਾ ਵਾਰਨਾ ਹੈ। ਆਪਾਂ ਉਹਨਾਂ ਦੇ ਕੀਤੇ ਉਪਕਾਰਾਂ ਨੂੰ ਯਾਦ ਕਰਨ ਵਾਸਤੇ, ਉਹਨਾਂ ਦੇ ਗੁਣਾਂ ਦਾ ਗਾਇਨ ਕਰਨ ਵਾਸਤੇ ਪੂਰੇ ਕੇ ਗੁਣ ਗਾਓ। ਉਹਨਾਂ ਦੇ ਗੁਣਾਂ ਦਾ ਗਾਇਨ ਕਰਨ ਵਾਸਤੇ ਇੱਥੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਇਕੱਤਰ ਹੋਏ ਹਾਂ। ਜਿਨ੍ਹਾਂ ਨੇ ਉਹਨਾਂ ਦਾ ਇਹ ਗੁਣਾਂ ਦਾ ਗਾਇਨ ਕੀਤਾ ਹੈ। ਹਾਦਰ ਹੋਤ ਜਹਾਂ ਸਿਮਰੇ, ਸੁਖ ਸਾਗਰ ਜਾਹੇ ਪਿਖੇ ਸੁਰ ਸਾਦਰ। ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਉਹਨਾਂ ਦੇ ਗੁਣਾਂ ਦਾ, ਉਹਨਾਂ ਦੀਆਂ ਸਿਫਤਾਂ ਦਾ ਜ਼ਿਕਰ ਕਰਦੇ ਨੇ ਕਿ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿੱਥੇ ਵੀ ਉਹਨਾਂ ਨੂੰ ਸ਼ਰਧਾ ਪ੍ਰੇਮ ਦੇ ਨਾਲ ਕੋਈ ਯਾਦ ਕਰਦਾ ਹੈ, ਉੱਥੇ ਹੀ ਆਪਣੇ ਸੇਵਕਾਂ ਦੀ ਸਹਾਇਤਾ ਵਾਸਤੇ ਪ੍ਰਤੱਖ ਹੋ ਜਾਂਦੇ ਹਨ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਹਾਦਰ ਹੋਤ ਜਹਾਂ ਸਿਮਰੇ, ਸੁਖ ਸਾਗਰ ਜਾਹੇ ਪਿਖੇ ਸੁਰ ਸਾਦਰ। ਸੁੱਖਾਂ ਦੇ ਸਮੁੰਦਰ ਨੇ ਇਨਸਾਨਾਂ ਦਾ, ਤੇ ਕਹਿਣਾ ਹੀ ਕੀ ਹੈ। ਉਹਨਾਂ ਦੇ ਦਰਸ਼ਨ ਤੇ ਦੇਵਤੇ ਵੀ ਬੜੀ ਸ਼ਰਧਾ ਔਰ ਬੜੇ ਸਤਿਕਾਰ ਦੇ ਨਾਲ ਕਰਦੇ ਹਨ। ਜਿਨ੍ਹਾਂ ਦੀ ਚਿਤਵਿਰਤੀ ਹਮੇਸ਼ਾ ਹੀ ਇੱਕ ਗਿਆਨ ਅਵਸਥਾ ਦੇ ਵਿੱਚ ਸਥਿਤ ਰਹਿੰਦੀ ਹੈ। ਸਾਧ ਰਚੇ ਇੱਕ ਆਤਮ ਗਿਆਨ, ਵੱਡੀ ਵਿਸ਼ਾ ਤਪ ਕੋ ਬੜ ਬਾਦਰ। ਜੀਵਾਂ ਨੂੰ ਵਿਕਾਰਾਂ ਦੀ ਧੁੱਪ ਤੋਂ ਬਚਾਉਣ ਵਾਸਤੇ ਜਿਹੜਾ ਉਹਨਾਂ ਦਾ ਪਵਿੱਤਰ ਉਪਦੇਸ਼ ਹੈ, ਇਹ ਮਨ ਨੂੰ ਬੱਦਲਾਂ ਦੀ ਨਿਆਈ ਹੈ। ਜਿਹੜਾ ਵਿਕਾਰਾਂ ਦੀ ਤਪਸ਼ ਤੋਂ ਬਚਾਉਂਦਾ ਹੈ। ਬਾਦ ਰਹੇ ਸਿੱਖ ਹਵੈ ਨਰ ਸੇ, ਤ੍ਰਿਕਾਰ ਹੈ ਉਹਨਾਂ ਦਾ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਸਿੱਖ, ਪਰ ਜਿਨ੍ਹਾਂ ਨੇ ਗੁਰੂ ਨੂੰ, ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤੱਖ ਸਰੂਪ ਨਹੀਂ ਜਾਣਿਆ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਜਿਨ੍ਹਾਂ ਨੇ ਇਸ ਅਸਲੀਅਤ ਨੂੰ ਨਹੀਂ ਸਮਝਿਆ, ਬਾਦ ਰਹੇ ਸਿੱਖ ਹਵੈ ਨਰ ਸੇ, ਜਿਨ ਜਾਣਿਓ ਨਹੀਂ ਇਹੀ ਜਗ ਕਾਦਰ। ਸੰਸਾਰ ਦੀ ਸਿਰਜਣਾ ਕਰਨ ਵਾਲੇ, ਸੰਸਾਰ ਦੀ ਉਤਪਤੀ ਕਰਨ ਵਾਲੇ, ਸੰਸਾਰ ਨੂੰ ਪਾਲਣ ਵਾਲੇ, ਸੰਸਾਰ ਦਾ ਸੰਘਾਰ ਕਰਨ ਵਾਲੇ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਇਹੋ ਹੀ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਭਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਗੁਰੂ ਔਰ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਮੰਨਿਆ ਗੁਰਬਾਣੀ ਨੇ। ਗੁਰ ਪਰਮੇਸ਼ਰ ਏਕੋ ਜਾਣ। ਜਿਨ੍ਹਾਂ ਨੇ ਇਸ ਹਕੀਕਤ ਨੂੰ ਨਹੀਂ ਮੰਨਿਆ, ਕਹਾਉਂਦੇ ਨੇ ਆਪਣੇ ਆਪ ਨੂੰ ਸਿੱਖ,
ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ ਕਿ ਉਹਨਾਂ ਦਾ ਮਾਨੁਖ ਤਨ ਧਾਰਿਆ ਹੀ ਵਿਅਰਥ ਹੈ। ਬਾਦ ਰਹੇ ਸਿੱਖ ਹਵੈ ਨਰਸੇ, ਜਿਨ ਜਾਣਿਓ ਨਹੀਂ ਇਹੀ ਜਗ ਕਾਦਰ। ਕਾ ਦਰ ਹੈ ਜਮ ਕੋ ਤਿਨ ਜੀਵਨ, ਅੰਤ ਭਜੈ ਗੁਰੂ ਤੇਗ ਬਹਾਦਰ। ਉਹਨਾਂ ਨੂੰ ਜਮਾਂ ਦਾ ਵੀ ਭੈ ਨਹੀਂ ਰਹਿੰਦਾ। ਜਿਹੜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਜੋ ਪ੍ਰਤੱਖ ਸਰੂਪ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੂੰ ਸਿਮਰਦੇ ਹਨ, ਉਹਨਾਂ ਦੇ ਉਪਦੇਸ਼ ਦੀ ਕਮਾਈ ਕਰਦੇ ਨੇ। ਵਕਤ ਅਖੀਰ ਤੱਕ ਉਹਨਾਂ ਦੀ ਯਾਦ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ ਹੀ ਰੱਖਦੇ ਨੇ। ਉਹਨਾਂ ਦੇ ਕੀਤੇ ਉਪਕਾਰਾਂ ਨੂੰ ਕਦੀ ਭੁਲਾਉਂਦੇ ਹੀ ਨਹੀਂ। ਫਿਰ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ ਉਹਨਾਂ ਨੂੰ ਜਮਾਂ ਦਾ ਵੀ ਭੈ ਨਹੀਂ ਰਹਿੰਦਾ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਲੋਕ ਦੇ ਵਿੱਚ ਵੀ ਉਹਨਾਂ ਦੀ ਰੱਖਿਆ ਵਾਸਤੇ ਉੱਥੇ ਹਾਜ਼ਰ ਹੋ ਜਾਂਦੇ ਨੇ। ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਢੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ ਕੱਟੇ ਹਉਮੈ, ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਧੁਰੇ ਭਇਆ ਸੰਜੋ। ਗਾਵੋ ਸੰਗਤ ਗੁਣ ਪੂਰਿਆ ਗੁਰਾਂ ਦੇ, ਗਾਵੋ ਸੰਗਤ ਗੁਣ ਪੂਰਿਆ ਗੁਰਾਂ ਦੇ। ਹਾਂ ਗਾਵੋ ਸੰਗਤ ਗੁਣ ਪੂਰਿਆ ਗੁਰਾਂ, ਗਾਵੋ ਸੰਗਤ ਗੁਣ ਪੂਰਿਆ ਗੁਰਾਂ ਦੇ। ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਭੱਟਾਂ ਦੀ ਬਾਣੀ ਦਰਜ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਤੱਕ ਜਿਹੜੇ ਭੱਟ ਉਹਨਾਂ ਦੇ ਦਰ ਘਰ ਤੇ ਆ ਕੇ ਉਹਨਾਂ ਦੀ ਉਪਮਾ ਕਰਦੇ, ਉਹਨਾਂ ਵਿੱਚੋਂ ਕੁਝ ਕੁ ਭੱਟਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਵੀ ਕੀਤੀ ਹੈ। ਜਿਹੜੇ ਸੰਪਰਦਾਇ ਮਹਾਂਪੁਰਖ ਉਹਨਾਂ ਭੱਟਾਂ ਦੀ ਗਿਣਤੀ 17 ਮੰਨਦੇ ਹਨ, ਪਰ ਅੱਜ ਕੱਲ੍ਹ ਦੇ ਵਿਦਵਾਨਾਂ ਨੇ ਉਹਨਾਂ ਦੀ ਗਿਣਤੀ ਘਟਾ ਦਿੱਤੀ ਹੈ। ਪਰ ਉਹ ਗਿਣਤੀ ਤੇ ਉਨੀ ਦੀ ਉਨੀ ਹੀ ਰਹਿਣੀ ਹੈ, ਸਾਡੇ ਘਟਾਉਣ ਦੇ ਨਾਲ ਤੇ ਘਟ ਨਹੀਂ ਸਕਣੀ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਬਾਅਦ ਵੀ ਗੁਰੂ ਘਰ ਦੇ ਵਿੱਚ ਭੱਟ ਹੋਏ। ਸਤਿਗੁਰੂ ਜੀ ਦੀ ਉਪਮਾ ਉਹਨਾਂ ਦੀ ਸਿਫਤ ਕਰਦੇ ਹੀ ਰਹੇ, ਕਦੀ ਢਾਡੀਆਂ ਦੇ ਰੂਪ ਦੇ ਵਿੱਚ, ਕਦੀ ਭੱਟਾਂ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਮੇਂ ਦੇ ਇੱਕ ਭੱਟ ਨੇ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਉਪਮਾ ਕੀਤੀ ਹੈ, ਉਹਨਾਂ ਦਾ ਜਸ ਗਾਇਆ ਹੈ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ। ਮਨ ਲੋਚੈ ਬੁਰਾਈਆਂ ਗੁਰ ਸਬਦੀ, ਇਹ ਮਨ ਪੋੜੀਏ। ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਬਾਹੇ ਨਾ ਛੋੜੀਏ। ਜਿਹਦੇ ਇੱਕ ਵਾਰ ਬਾਂਹ ਪਕੜ ਲੈਂਦੇ ਨੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ, ਫਿਰ ਸਿਰ ਧੜ ਦੀ ਬਾਜੀ ਤੇ ਲਾ ਦਿੰਦੇ ਨੇ, ਆਪਣੇ ਸੇਵਕ ਦੀ ਬਾਂਹ ਨਹੀਂ ਛੱਡਦੇ। ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਬਾਹੇ ਨਾ ਛੋੜੀਏ। ਗੁਰੂ ਤੇਗ ਬਹਾਦਰ ਬੋਲਿਆ ਧਰ ਪਈਐ, ਧਰਮ ਨਾ ਛੋੜੀਏ। ਗਾਵੋ ਸੰਗਤ ਗੁਣ ਪੂਰਿਆ ਗੁਰਾਂ ਨੇ, ਗਾਵੋ ਸੰਗਤ ਗੁਣ ਪੂਰਿਆ ਗੁਰਾਂ ਦੇ। ਗਾਵੋ ਸੰਗਤ ਗੁਣ
ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ, ਪੂਰਿਆ ਗੁਰਾਂ ਦੇ, ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ, ਪੂਰਿਆ ਗੁਰਾਂ, ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ। ਬਾਬੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ, ਬਾਬੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਦੇ ਗੁਣਾਂ ਦਾ ਗਾਇਨ ਕੀਤਾ। ਰੋਜ਼ਾਨਾ ਆਪਾਂ ਅਰਦਾਸ ਵਿੱਚ ਜੁੜਨ ਵੇਲੇ ਪੜ੍ਹਦੇ ਹਾਂ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਨੂੰ ਯਾਦ ਕੀਤਿਆਂ ਹੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਨੇ ਕਿ 9 ਨਿਧੀਆਂ 18 ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਤੇਗ ਬਹਾਦਰ ਸਿਮਰਿਆ ਘਰ 9 ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਕਰ ਨਾਮ ਲਿਆਵੇ ਤਾਏ, ਕਰ ਨਾਮ ਲਿਆਵੇ ਤਾਏ, ਕਰ ਨਾਮ ਲਿਆਵੇ ਤਾਏ, ਕਰ ਨਾਮ ਲਿਆਵੇ ਤਾਏ। ਹਰ ਨਾਮ ਲਿਆਵੇ ਤਾਏ, ਹਰ ਨਾਮ ਲਿਆਵੇ ਤਾਏ, ਹਰ ਨਾਮ ਲਿਆਵੇ ਤਾਏ, ਹਰ ਨਾਮ ਲਿਆਵੇ ਤਾਏ। ਗੁਰੂ ਤੇਗ ਬਹਾਦਰ ਨੇ ਸਿਮਰਿਐ, ਗੁਰੂ ਤੇਗ ਬਹਾਦਰ ਨੇ ਸਿਮਰਿਐ। ਗੁਰੂ ਤੇਗ ਬਹਾਦਰ ਨੇ ਸਿਮਰਿਐ, ਗੁਰੂ ਤੇਗ ਬਹਾਦਰ ਨੇ ਸਿਮਰਿਐ।
ਹਰ ਨਾਮ ਲਿਆਵੇ ਤਾਏ, ਹਰ ਨਾਮ ਲਿਆਵੇ ਤਾਏ, ਹਰ ਨਾਮ ਲਿਆਵੇ ਤਾਏ, ਹਰ ਨਾਮ ਲਿਆਵੇ ਤਾਏ। ਸਭ ਥਾਈ ਹੋਏ ਸਹਾਏ, ਹਰ ਨਾਮ ਲਿਆਵੇ ਤਾਏ, ਸਭ ਥਾਈ ਹੋਏ ਸਹਾਏ, ਹਰ ਨਾਮ ਲਿਆਵੇ ਤਾਏ। ਸਾਧ ਸੰਗਤ ਕਿੰਨੀਆਂ ਕੁ ਆਪਾਂ ਉਹਨਾਂ ਦੀਆਂ ਸਿਫਤਾਂ ਦਾ ਗਾਇਨ ਕਰੀਏ। ਆਪਣੇ ਪਾਸ ਨਾ ਤੇ ਉਤਨੀ ਸਮਰੱਥਾ ਹੈ, ਨਾ ਆਪਣੇ ਪਾਸ ਉਹ ਜਿਹੀ ਬੁੱਧੀ ਹੈ, ਪਰ ਫਿਰ ਵੀ ਆਪਾਂ ਦਾ ਜਿਸ ਤਰ੍ਹਾਂ ਬਾਕੀ ਸਤਿਗੁਰੂ ਜੀ ਦੇ ਸ਼ਰਧਾਲੂਆਂ ਨੇ, ਉਹਨਾਂ ਦੇ ਸਿੱਖ ਸੇਵਕਾਂ ਨੇ, ਜਾਂ ਫਿਰ ਜਿਹੋ ਜਿਹੀ ਉਪਮਾ ਉਹਨਾਂ ਦੀ ਗੁਰੂ ਸਾਹਿਬਾਨ ਨੇ, ਵਿਸ਼ੇਸ਼ ਤੌਰ 'ਤੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੀ ਆਪਣੀ ਪਵਿੱਤਰ ਰਚਨਾ ਦੇ ਵਿੱਚ, ਆਪਾਂ ਤੇ ਉਹਦੇ ਮੁਤਾਬਕ ਸਤਿਗੁਰੂ ਜੀ ਦੇ ਗੁਣਾਂ ਦਾ ਅੰਗਾਇਨ ਕਰਨ ਦਾ ਇਹ ਯਤਨ ਕੀਤਾ ਹੈ। ਆਓ ਆਪ ਸਰਬਤ ਸੰਗਤਾਂ ਨੂੰ ਭਲੀ ਪ੍ਰਕਾਰ ਇਸ ਗੱਲ ਦੀ ਜਾਣਕਾਰੀ ਹੋਵੇਗੀ, ਜਿਸ ਦਿਨ ਮਹਾਂਪੁਰਖਾਂ ਦੇ ਇਸ ਪਾਵਨ ਪਵਿੱਤਰ ਸਥਾਨ 'ਤੇ ਇਹ ਗੁਰੂ ਕੇ ਲੰਗਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉਸ ਦਿਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 450 ਸਾਲਾ ਪ੍ਰਕਾਸ਼ ਦਿਹਾੜਾ ਸੀ। ਸੰਗਤਾਂ ਤੇ ਗੱਲ ਭਲੀ ਪ੍ਰਕਾਰ ਯਾਦ ਹੋਵੇਗੀ। ਉਦੋਂ ਇਹ ਵਿਚਾਰ ਵੀ ਕੀਤੀ ਗਈ ਸੀ, ਕਿਉਂਕਿ ਇਸ ਇਤਿਹਾਸਕ ਦਿਹਾੜੇ 'ਤੇ ਲੰਗਰ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸੋ ਇਸ ਇਮਾਰਤ ਦਾ ਗੁਰੂ ਨਾਨਕ ਲੰਗਰ ਹਾਰ ਦੇ ਨਾਲੋਂ ਹੋਰ ਕੋਈ ਢੁਕਵਾਂ ਨਾਮ ਨਹੀਂ ਸੀ ਹੋ ਸਕਦਾ। ਸਾਰਿਆਂ ਨੇ ਗੁਰਮਤਾ ਕੀਤਾ ਕਿ ਇਸ ਲੰਗਰ ਹਾਲ ਦੀ ਇਮਾਰਤ ਦਾ ਨਾਮ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ 'ਤੇ ਹੀ ਰੱਖਿਆ ਜਾਵੇਗਾ। ਸੋ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਇਹ ਗੁਰੂ ਨਾਨਕ ਲੰਗਰ ਹਾਲ ਬਣ ਕੇ ਤਿਆਰ ਹੋ ਚੁੱਕਾ ਹੈ। ਠੀਕ ਹੈ, ਸੇਵਾ ਦੇ ਵਿੱਚ ਭਾਵੇਂ ਅਜੇ ਥੋੜ੍ਹੀਆਂ ਬਹੁਤ ਕਮੀਆਂ ਰਹਿ ਗਈਆਂ ਨੇ, ਕਿਉਂਕਿ ਸੇਵਾਦਾਰਾਂ ਨੇ ਵੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ, ਔਰ ਜਿਹੜੇ ਸਾਡੇ ਕੰਟਰੈਕਟਰ ਨੇ ਜਾਂ ਜਿਹੜੀ ਉਹਨਾਂ ਦੀ ਟੀਮ ਹੈ, ਉਹਨਾਂ ਨੇ ਵੀ ਆਪਣੇ ਵੱਲੋਂ ਬੜਾ ਯਤਨ ਕੀਤਾ। ਪਰ ਇਸ ਸਮੇਂ ਦੌਰਾਨ ਕੁਝ ਕੁ ਹਾਲਾਤ ਇਹੋ ਜਿਹੇ ਬਣ ਗਏ ਜਿਹਦੇ ਕਰਕੇ ਜਿਹੜੀ ਇਹ ਸੇਵਾ ਦੀ ਸਪੀਡ ਸੀ ਨਾ, ਇਹ ਨਿਰੰਤਰ ਬਣੀ ਨਾ ਰਹਿ ਸਕੀ। ਪਿਛਲੇ ਸਾਲ ਵੀ ਲਾਕਡਾਊਨ ਲੱਗ ਗਿਆ, ਤਕਰੀਬਨ 2 ਮਹੀਨੇ ਤੇ 2-3 ਮਹੀਨੇ ਤੇ ਇਸੇ ਤਰ੍ਹਾਂ ਲੰਘ ਗਏ। ਇਸ ਸਾਲ ਵੀ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਇਹ ਕੰਮ ਕਰਨ ਵਾਲੇ ਸਾਡੇ ਕੰਟਰੈਕਟਰ ਜਾਂ ਅੱਗੇ ਉਹਨਾਂ ਦੇ ਕਰਮਚਾਰੀ, ਉਹਨਾਂ ਦੀ ਟੀਮ, ਉਹਨਾਂ ਨੂੰ ਕਈ ਇੱਕ ਦਿੱਕਤਾਂ ਆਉਂਦੀਆਂ ਰਹੀਆਂ, ਪਰ ਫਿਰ ਵੀ ਇਸ ਇਤਿਹਾਸਕ ਦਿਹਾੜੇ ਨੂੰ ਧਿਆਨ ਵਿੱਚ ਰੱਖ ਕੇ ਇਹ ਵੀ ਇੱਕ ਸਬੱਬ ਬਣ ਗਿਆ ਹੈ। ਪਰਮਾਤਮਾ ਜੋ ਕਰਦਾ ਠੀਕ ਹੀ ਕਰਦਾ ਹੈ। ਜੇ ਕੁਝ ਦੇਰੀ ਵੀ ਹੋਈ, ਫਿਰ ਇਹਦੇ ਨਾਲ ਇੱਕ ਹੋਰ ਇਤਿਹਾਸ ਜੁੜ ਗਿਆ ਹੈ। ਸੰਗਤਾਂ ਬੜੀ ਸ਼ਰਧਾ ਦੇ ਨਾਲ, ਬੜੇ ਸਤਿਕਾਰ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਹੁਣ 400 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਨੇ ਅੱਜ। ਇਸ ਕਰਕੇ ਇਸ ਇਤਿਹਾਸਕ ਦਿਹਾੜੇ ਨੂੰ ਮੁੱਖ ਰੱਖ ਕੇ ਸਾਰਿਆਂ ਨੇ ਗੁਰਮਤਾ ਕੀਤਾ ਕਿ ਅੱਜ ਦੇ ਦਿਨ ਆਪਾਂ ਇਹ
ਇਮਾਰਤ ਨੂੰ ਸੰਗਤਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਈਏ। ਔਰ ਸੰਗਤਾਂ ਦੀ ਜਾਣਕਾਰੀ ਵਾਸਤੇ ਗੱਲ ਮੈਂ ਹੋਰ ਅਰਜ਼ ਕਰਦੇ ਹਾਂ ਕਿ ਜਿਤਨਾ ਵੱਡਾ ਇਹ ਹਾਲ ਹੈ ਨਾ, ਬਿਲਕੁਲ ਇਤਨਾ ਵੱਡਾ ਹਾਲ ਇਹਦੇ ਉੱਪਰ ਬਣ ਰਿਹਾ ਹੈ। ਉਹ ਮਲਟੀਪਰਪਜ਼ ਹਾਲ ਹੋਵੇਗਾ। ਉੱਥੇ ਜ਼ਰੂਰਤ ਪੈਣ 'ਤੇ ਲੰਗਰ ਵੀ ਵਰਤਾਇਆ ਜਾ ਸਕਦਾ ਹੈ। ਜ਼ਰੂਰਤ ਪੈਣ 'ਤੇ ਉੱਥੇ ਸੰਗਤਾਂ ਵਿਸ਼ਰਾਮ ਵੀ ਕਰ ਸਕਦੀਆਂ ਨੇ। ਉਹ ਸਰਾਂ ਦਾ ਕੰਮ ਵੀ ਦੇ ਸਕਦਾ ਹੈ। ਉੱਥੇ ਕੋਈ ਫੰਕਸ਼ਨ ਵੀ ਰੱਖਿਆ ਜਾ ਸਕਦਾ ਹੈ, ਕਥਾ ਕੀਰਤਨ ਵੀ ਹੋ ਸਕਦਾ ਹੈ, ਕੋਈ ਮੈਡੀਕਲ ਕੈਂਪ ਵੀ ਲੱਗ ਸਕਦਾ ਹੈ। ਉਹ ਮਲਟੀਪਰਪਜ਼ ਹਾਲ ਹੋਵੇਗਾ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬਹੁਤ ਖੂਬਸੂਰਤ ਹਾਲ ਬਣ ਰਿਹਾ। ਉਹਦੇ ਉੱਪਰ ਵੀ ਸਾਈਡ 'ਤੇ ਇਸੇ ਤਰ੍ਹਾਂ ਗ੍ਰੇਨਾਈਟ ਲੱਗਿਆ। ਇਹ ਜਿਹੜੇ ਤੁਹਾਨੂੰ ਪਿੱਲਰ ਦਿਸ ਰਹੇ ਨੇ ਨਾ, ਜਿਨ੍ਹਾਂ ਦੀ ਪੂਰੀ ਫਿਨਿਸ਼ਿੰਗ ਨਹੀਂ ਹੋਈ, ਇਹਨਾਂ ਦੇ ਉੱਪਰ ਸਟੇਨਲੈਸ ਸਟੀਲ ਦੀ ਸਲੈਬ ਚਾੜ੍ਹੀ ਜਾਣੀ ਹੈ। ਇਹ ਹਾਲ ਜਿੱਥੇ ਤੱਕ ਕਿਸੇ ਦਾ ਹੱਥ ਲੱਗ ਸਕਦਾ ਨਾ, ਉੱਥੋਂ ਤੱਕ ਪੂਰਾ ਮੇਨਟੇਨੈਂਸ ਫ੍ਰੀ ਹੈ। ਭਾਵੇਂ ਦੀਵਾਰਾਂ ਨੇ, ਭਾਵੇਂ ਪਿੱਲਰ ਨੇ। ਸੰਗਤ ਦੀ ਸਹੂਲਤ ਵਾਸਤੇ ਵੀ ਇਹਦੀ ਮੁਰੰਮਤ ਦੀ ਜਾਂ ਪੇਂਟ ਵਗੈਰਾ ਕਰਨ ਦੀ ਘੱਟ ਤੋਂ ਘੱਟ ਜ਼ਰੂਰਤ ਪਵੇ। ਜਿਹੜੀ ਇਹਦੀ ਵਰਤੋਂ ਉਹ ਨਿਰੰਤਰ ਜਾਰੀ ਰਹੇ। ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਸ ਹਾਲ ਨੂੰ ਵੀ, ਔਰ ਜਿਹੜਾ ਉੱਪਰ ਹਾਲ ਬਣ ਰਿਹਾ ਹੈ, ਉਸ ਨੂੰ ਵੀ ਬਿਲਕੁਲ ਮੇਨਟੇਨੈਂਸ ਫ੍ਰੀ ਰੱਖਿਆ ਜਾ ਰਿਹਾ ਹੈ। ਕਿਉਂਕਿ ਅੱਜ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ 'ਤੇ ਉਹਨਾਂ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸਮੇਂ ਅੱਜ ਆਪਾਂ ਇਹ ਇਮਾਰਤ ਸੰਗਤ ਦੀ ਸੇਵਾ ਵਿੱਚ ਸਮਰਪਿਤ ਕੀਤੀ ਹੈ। ਜਾਂ ਆਮ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ, ਇਸ ਦਾ ਉਦਘਾਟਨ ਹੋਣ ਜਾ ਰਿਹਾ ਹੈ। ਜਿਹੜਾ ਉੱਪਰਲਾ ਮਲਟੀਪਰਪਜ਼ ਹਾਲ ਹੈ, ਉਸ ਦਾ ਨਾਮ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਨਾਮ 'ਤੇ ਰੱਖਿਆ ਜਾਵੇਗਾ। ਜਿਸ ਤਰ੍ਹਾਂ ਇਹ ਹਾਲ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਸਮੇਂ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਇਹਦਾ ਨਾਮ ਆਪਾਂ ਗੁਰੂ ਨਾਨਕ ਲੰਗਰ ਹਾਲ ਰੱਖਿਆ ਹੈ। ਔਰ ਇਹਦੀ ਸੰਪੂਰਨਤਾ ਇਹ ਜ਼ਿਆਦਾਤਰ ਜਿਹੜਾ ਕਾਰਜ ਤਕਰੀਬਨ ਅੱਜ ਦੇ ਦਿਨ ਸੰਪੂਰਨ ਹੋ ਚੁੱਕਾ ਹੈ। ਜਿਹੜਾ ਉੱਪਰਲਾ ਮਲਟੀਪਰਪਜ਼ ਹਾਲ ਹੋਵੇਗਾ, ਉਸ ਦਾ ਨਾਮ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਨਾਮ 'ਤੇ ਗੁਰੂ ਤੇਗ ਬਹਾਦਰ ਸਾਹਿਬ ਮਲਟੀਪਰਪਜ਼ ਹਾਲ ਰੱਖਿਆ ਜਾਵੇਗਾ। ਇਹ ਆਪਣੇ ਵਾਸਤੇ ਇੱਕ ਬਹੁਤ ਵੱਡੀ ਇਤਿਹਾਸਕ ਗੱਲ ਹੈ। ਕਿਉਂਕਿ ਇਹੋ ਜਿਹੇ ਅਵਸਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਆਇਆ ਕਰਦੇ ਨੇ। ਆਪਾਂ ਗੁਰਪੁਰਬ ਮਨਾਉਂਦੇ ਹਾਂ, ਪਰ ਜਦੋਂ ਕਿਸੇ ਗੁਰਪੁਰਬ ਦੀ ਸ਼ਤਾਬਦੀ ਹੁੰਦੀ ਹੈ, ਉਦੋਂ ਸੰਗਤਾਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਔਰ ਜਦੋਂ ਉਸ ਗੁਰਪੁਰਬ ਦੀ ਸ਼ਤਾਬਦੀ ਉੱਪਰ ਉਸ ਅਵਸਰ 'ਤੇ ਕੋਈ ਐਸੀ ਸੇਵਾ ਸ਼ੁਰੂ ਕੀਤੀ ਜਾਵੇ ਜਾਂ ਸੰਗਤਾਂ ਨੂੰ ਕੋਈ ਇਸ ਤਰ੍ਹਾਂ ਦੀ ਇਮਾਰਤ ਜਾਂ ਕੋਈ ਹੋਰ ਸੰਸਥਾ ਬਣਾ ਕੇ ਸੌਂਪੀ ਜਾਵੇ, ਫਿਰ ਇਹ ਹੋਰ ਵੀ ਸ਼ੋਭਾ ਵਾਲੀ ਗੱਲ ਹੋ ਜਾਂਦੀ ਹੈ। ਤੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਆਪਾਂ ਸਾਰਿਆਂ ਨੂੰ ਇਹ ਅਵਸਰ ਦਿੱਤਾ ਹੈ। ਉਹਨਾਂ ਦੇ 550 ਸਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਸਮੇਂ ਆਪਾਂ ਇਸ ਇਮਾਰਤ ਦੀ ਸੇਵਾ ਦੀ ਸ਼ੁਰੂਆਤ ਕੀਤੀ ਸੀ। ਔਰ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਦੇ ਅਵਸਰ 'ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਇਹ ਸੇਵਾ ਸੰਪੂਰਨ ਹੋਣ ਜਾ ਰਹੀ ਹੈ। ਉਹ ਸੰਗਤਾਂ ਦੇ ਚਰਨਾਂ ਵਿੱਚ ਭਾਈ ਇਹ ਵੀ ਅਰਜ਼ ਕਰਦੇ ਹਾਂ, ਜਦੋਂ ਅਸੀਂ ਇਹ ਸੇਵਾ ਸ਼ੁਰੂ ਕੀਤੀ ਸੀ, ਕਿਉਂਕਿ ਹਰ ਕਿਸੇ ਦਾ ਆਪਣਾ ਖਿਆਲ ਹੁੰਦਾ ਹੈ, ਕਈਆਂ ਦੇ ਮਨ ਵਿੱਚ ਇਹ ਗੱਲ ਆ ਰਹੀ ਸੀ ਵੀ ਇਤਨੀਆਂ ਵੱਡੀਆਂ ਵੱਡੀਆਂ ਇਮਾਰਤਾਂ ਇਹ ਢਾਹ ਰਹੇ ਨੇ, ਇਹਨਾਂ ਪਰ ਕਰੋੜਾਂ ਰੁਪਇਆ ਲੱਗਿਆ ਹੋਇਆ ਹੈ। ਉਹ ਸਾਰ ਸੰਗ ਜਿਹੜਾ ਕਨਸਰਨ ਉਹਨਾਂ ਸੱਜਣਾਂ ਦਾ ਸੀ, ਉਹ ਕਨਸਰਨ ਸਾਡਾ ਵੀ ਸੀ। ਸਾਡੇ ਵਾਸਤੇ ਵੀ ਇਹ ਫੈਸਲਾ ਲੈਣਾ ਬਹੁਤ ਮੁਸ਼ਕਲ ਸੀ। ਬਹੁਤ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਆਪਾਂ ਨੂੰ ਵੱਡੀ ਇਮਾਰਤ ਦੀ ਵੀ ਜ਼ਰੂਰਤ ਹੈ, ਕਿਉਂਕਿ ਜੋੜ ਮੇਲੇ ਸਮੇਂ ਕਈ ਵਾਰ ਸਾਨੂੰ ਤਿੰਨ ਥਾਂ 'ਤੇ ਲੰਗਰ ਲਾਉਣਾ ਪੈਂਦਾ। ਜਿਹੜੀ ਆ ਹੁਣ ਤੁਸੀਂ ਇਮਾਰਤ ਦੇਖ ਰਹੇ ਹੋ ਨਾ, ਜਿਹੜੀ ਇਹਦੀ ਕਪੈਸਿਟੀ, ਜਿਹੜੀ ਪਹਿਲਾਂ 2-3 ਇਮਾਰਤਾਂ ਸਨ ਆਪਣੇ, ਇੱਕ ਸਾਹਮਣੇ ਸੀ ਇਮਾਰਤ ਦਰਬਾਰ ਸਾਹਿਬ ਵਾਲੇ ਪਾਸੇ, ਇੱਕ ਪਿਛਲੇ ਪਾਸੇ ਇਮਾਰਤ ਸੀ। ਉਹਨਾਂ ਦੋਨਾਂ ਇਮਾਰਤਾਂ ਦੀ ਜਿੰਨੀ ਜਗ੍ਹਾ ਸੀ, ਉਹਦੇ ਨਾਲੋਂ ਦੁੱਗਣੀ ਜਗ੍ਹਾ 'ਤੇ ਆਪਣੇ ਪਾਸ ਇਹੋ ਹੀ ਹੈ।
ਔਰ ਇੰਨੀ ਹੀ ਜਗ੍ਹਾ ਆਪਾਂ ਨੂੰ ਉੱਪਰ ਮਿਲ ਜਾਣੀ ਹੈ। ਇਸ ਕਰਕੇ ਭਾਈ ਇਹ ਸਾਰਾ ਸੰਗਤ ਦੀ ਸੁਵਿਧਾ ਨੂੰ ਮੁੱਖ ਰੱਖ ਕੇ ਇਹ ਫੈਸਲਾ ਲਿਆ ਗਿਆ ਸੀ। ਔਰ ਦੂਸਰੀ ਗੱਲ, ਜਿਹੜਾ ਆਪਾਂ ਨੂੰ ਆ ਸਾਹਮਣੇ ਤਕਰੀਬਨ ਦਰਬਾਰ ਸਾਹਿਬ ਔਰ ਲੰਗਰ ਦੇ ਵਿਚਾਲੇ 2 ਏਕੜ ਜਗ੍ਹਾ ਆਪਾਂ ਨੂੰ ਮਿਲ ਗਈ ਹੈ, ਇਹਦਾ ਮੁੱਲ ਹੀ ਕੋਈ ਨਹੀਂ। ਇਹਦੇ ਨਾਲ ਪ੍ਰਬੰਧ ਦੇ ਵਿੱਚ ਬੜੀ ਸੁਵਿਧਾ ਰਹੇਗੀ। ਔਰ ਤਕਰੀਬਨ 2 ਏਕੜ ਦਾ ਆਪਣਾ ਇਹ ਪੰਡਾਲ ਬਣਦਾ ਹੈ। ਸਰਦੀਆਂ ਦੇ ਵਿੱਚ ਕਈ ਵਾਰ ਆਪਾਂ ਅੰਦਰ ਦੀਵਾਨ ਲਾਉਂਦੇ ਹਾਂ, ਉਹ ਦੀਵਾਨ ਸਮੇਂ ਸਰਦੀ ਹੋਣ ਕਰਕੇ ਬਾਹਰ ਸੰਗਤ ਧੁੱਪੇ ਬੈਠੀ ਰਹਿੰਦੀ ਹੈ। ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਵੀ ਜਿਹੜਾ ਇਹ ਪੰਡਾਲ ਬਣੇਗਾ, ਸਰਦੀ ਦੇ ਵਿੱਚ ਬਾਹਰ ਦੀਵਾਨ ਵੀ ਸਜ ਸਕਦਾ ਹੈ ਦਿਨ ਦੇ ਵਿੱਚ। ਇਹਦੇ ਨਾਲ ਹੀ ਜਿੱਥੇ ਪਹਿਲਾਂ ਬੀਬੀਆਂ ਦੀ ਰਿਹਾਇਸ਼ ਸੀ, ਔਰ ਉੱਥੇ ਇੱਕ ਵੱਡੇ ਸੰਤ ਜੀ ਮਹਾਰਾਜ ਦਾ ਜਦੋਂ ਇੱਥੇ ਆ ਕੇ ਦਰਸ਼ਨ ਦਿੰਦੇ, ਪ੍ਰਸ਼ਾਦ ਪਾਣੀ ਆ ਕੇ ਛਕਦੇ, ਉਹਨਾਂ ਦਾ ਇੱਕ ਕਮਰਾ ਸੀ। ਉਹ ਉਸ ਥਾਂ 'ਤੇ ਦੇਖੋ, ਇਹ ਵੀ ਕੈਸਾ ਸਬੱਬ ਬਣਿਆ ਹੈ, ਜਿਹੜਾ ਆਪਾਂ ਨੂੰ ਖੁੱਲ੍ਹਾ ਪੰਡਾਲ ਮਿਲਿਆ ਹੈ ਨਾ, ਇਸ ਲੰਗਰ ਦੀ ਔਰ ਦਰਬਾਰ ਸਾਹਿਬ ਦੀ ਦੀਵਾਨ ਹਾਲ ਦੀ ਇਮਾਰਤ ਦੇ ਦਰਮਿਆਨ ਦੇ ਵਿੱਚ ਉਹ ਸੰਤ ਜੀ ਮਹਾਰਾਜ ਵਾਲੇ ਉਸ ਸਥਾਨ ਵਾਲੇ ਥਾਂ ਉਸ ਪੰਡਾਲ ਦੀ ਸਟੇਜ ਬਣੇਗੀ। ਉਹ ਸਥਾਨ ਵੀ ਉਸੇ ਤਰ੍ਹਾਂ ਇੱਕ ਉਸ ਦੀ ਨਿਸ਼ਾਨੀ ਬਣੀ ਰਹੇਗੀ, ਕਿਉਂਕਿ ਬਹੁਤ ਸਾਰੇ ਸੱਜਣਾਂ ਦਾ ਇਹ ਵੀ ਖਿਆਲ ਸੀ। ਉਹ ਭਾਈ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜੇ ਉਹ ਸੱਜਣ ਪਹਿਲਾਂ ਸੋਚਦੇ ਸਨ ਨਾ, ਉਹ ਇੱਕ ਵਾਰ ਫਿਰ ਤੋਂ ਵਿਚਾਰ ਕਰਨ। ਜਿਹੜਾ ਤੁਹਾਡੇ ਮਨ ਵਿੱਚ ਖਿਆਲ ਸੀ ਨਾ ਵੀ ਇਹ ਕਰੋੜਾਂ ਰੁਪਏ ਦੀ ਇਮਾਰਤ ਆਪਾਂ ਢਾਹ ਰਹੇ ਹਾਂ, ਇਸ ਦਾ ਸਾਨੂੰ ਵੀ ਦੁੱਖ ਸੀ। ਪਰ ਜਦੋਂ ਸਾਰਿਆਂ ਨੇ ਵਿਚਾਰ ਕੀਤੀ, ਫਿਰ ਇਹ ਫੈਸਲਾ ਲਿਆ ਗਿਆ, ਇੱਕ ਤੇ ਜਿਹੜੀ ਲੰਗਰ ਦੀ ਜਿਹੜੀ ਇਮਾਰਤ ਹੈ, ਜਿੱਥੇ ਸੰਗਤਾਂ ਨੂੰ ਆਪਾਂ ਜੋੜ ਮੇਲੇ ਸਮੇਂ ਖਾਸ ਕਰਕੇ ਜਦੋਂ ਬਰਸੀ ਦਾ ਸਮਾਗਮ ਹੁੰਦਾ ਹੈ ਜਾਂ ਵਿਸਾਖੀ ਦਾ ਸਮਾਗਮ ਹੁੰਦਾ ਹੈ, ਹੋਲੇ ਮਹੱਲੇ ਦੇ ਜੋੜ ਮੇਲੇ ਸਮੇਂ ਸੰਗਤਾਂ ਦੀ ਆਵਾਜਾਈ ਹੁੰਦੀ ਹੈ, ਉਹਨਾਂ ਦਿਨਾਂ ਦੇ ਵਿੱਚ ਵੱਡੀ ਭਾਰੀ ਦਿੱਕਤ ਆਉਂਦੀ ਹੈ ਲੰਗਰ ਚਲਾਉਣ ਵਾਸਤੇ। ਇੱਕ ਤੇ ਉਹ ਦਿੱਕਤ ਦੂਰ ਹੋ ਜਾਏਗੀ। ਇਹ ਤਕਰੀਬਨ 20-21 ਹਜ਼ਾਰ ਸਕੁਆਇਰ ਫੁੱਟ ਹੇਠਾਂ ਇਸ ਹਾਲ ਦੀ ਜਗ੍ਹਾ ਹੈ, ਔਰ ਇਹ ਬਿਲਕੁਲ ਇੰਨੀ ਹੀ ਜਗ੍ਹਾ ਆਪਾਂ ਨੂੰ ਉੱਪਰ ਮਿਲ ਜਾਏਗੀ। ਕਿੰਨੀ ਸੰਗਤਾਂ ਨੂੰ ਸੁਵਿਧਾ ਹੋ ਜਾਏਗੀ, ਨਾਲ ਆਪਾਂ ਨੂੰ ਇਹ ਬਾਹਰ ਖੁੱਲ੍ਹਾ ਪੰਡਾਲ ਮਿਲ ਗਿਆ। ਇਸ ਕਰਕੇ ਭਾਈ ਜਿਹੜਾ ਕੰਸਰਨ ਤੁਹਾਡਾ ਹੈ, ਸਾਡਾ ਵੀ ਸੀ। ਇਸ ਕਰਕੇ ਤੁਸੀਂ ਸਾਰੇ ਇਸ ਗੱਲ ਨੂੰ ਭਲੀ ਪ੍ਰਕਾਰ ਸਮਝੋ ਕਿ ਜੋ ਫੈਸਲਾ ਲਿਆ ਗਿਆ ਸੰਗਤਾਂ ਦੀ ਸੁਵਿਧਾ ਵਾਸਤੇ, ਸੰਗਤਾਂ ਦੀ ਸਹੂਲਤ ਵਾਸਤੇ ਲਿਆ ਗਿਆ, ਔਰ ਸੰਗਤਾਂ ਨੇ ਸੇਵਾ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਬਾਬਾ ਮੋਹਨ ਸਿੰਘ ਜੀ ਮਕੰਦਪੁਰ ਵਾਲੇ, ਇਹਨਾਂ ਨੇ ਤੇ ਦਿਨ ਰਾਤ ਇੱਕ ਕਰ ਦਿੱਤਾ। ਪਹਿਲਾਂ ਤਾਂ ਜਿਹੜੀ ਪੁਰਾਣੀ ਇਮਾਰਤ ਸੀ ਉਸ ਨੂੰ ਢਾਉਣਾ ਹੀ ਇੱਕ ਬਹੁਤ ਵੱਡਾ ਕੰਮ ਸੀ। ਇੱਕ ਦੋ ਪਰਿਵਾਰ ਨੇ, ਕਿਤੇ ਦੋ ਤੋਂ ਪਰਿਵਾਰ ਨੇ, ਸਰਦਾਰ ਹਰਦੇਵ ਸਿੰਘ ਜੀ, ਉਹਨਾਂ ਨੇ ਆਪਣੀਆਂ ਮਸ਼ੀਨਾਂ ਦੀ ਸੇਵਾ ਨਿਰੰਤਰ ਜਾਰੀ ਰੱਖੀ। ਇੱਕ ਅਰੌਲ ਨਗਰ ਦੇ ਇੱਕ ਗੁਰਮੁਖ ਪਿਆਰੇ ਨੇ, ਨਾਂ ਤੇ ਮੇਰੇ ਵਿਸਰ ਗਿਆ ਹੈ, ਸੋ ਉਹਨਾਂ ਨੇ ਵੀ ਭਾਈ ਬੜੀ ਨਿਰੰਤਰ ਸੇਵਾ ਨਿਭਾਈ। ਤੇ ਬਾਬਾ ਜੀ ਨੇ, ਬਾਬਾ ਮੋਹਨ ਸਿੰਘ ਜੀ ਨੇ ਆਪਣੇ ਸੇਵਾਦਾਰਾਂ ਦੇ ਨਾਲ ਜਦੋਂ ਵੀ ਇਹਨਾਂ ਨੂੰ ਬੇਨਤੀ ਕੀਤੀ ਗਈ, ਇਹ ਹਮੇਸ਼ਾ ਹਾਜ਼ਰ ਹੁੰਦੇ ਰਹੇ। ਹੋਰ ਵੀ ਇਲਾਕੇ ਦੀਆਂ ਸੰਗਤਾਂ, ਕਿਉਂਕਿ ਇਹ ਸੇਵਾ ਕਿਸ ਤਰ੍ਹਾਂ ਦੀ ਸੇਵਾ ਸੀ, ਜ਼ਿਆਦਾਤਰ ਕੰਮ ਮਸ਼ੀਨੀ ਹੋਇਆ। ਅੱਜ ਕੱਲ੍ਹ ਮਸ਼ੀਨੀ ਯੁੱਗ ਹੈ, ਕਿਉਂਕਿ ਜਿਹੜੀ ਇਮਾਰਤ ਅੱਜ ਕੱਲ੍ਹ RMC ਦੇ ਨਾਲ ਇਹ ਸਾਰੇ ਲੈਂਟਰ ਪਏ ਨੇ। ਪਹਿਲਾਂ ਦੀਵਾਨ ਹਾਲ ਜਦੋਂ ਬਣਿਆ, ਉਦੋਂ ਛੋਟੇ ਸੰਤ ਜੀ ਮਹਾਰਾਜ ਦੇ ਸਮੇਂ ਤੁਹਾਡੇ ਵਿੱਚੋਂ ਬਹੁਤ ਸਾਰੇ ਗੁਰਮੁਖ ਮਾਈ ਭਾਈ, ਉਹਨਾਂ ਨੂੰ ਇਹ ਗੱਲ ਭਲੀ ਪ੍ਰਕਾਰ ਯਾਦ ਹੋਵੇਗੀ ਕਿ ਕਿੰਨੀ ਮੁਸ਼ਕਲ ਦੇ ਨਾਲ ਉਹ ਕੈਂਚੀਆਂ ਚਾੜੀਆਂ ਸਨ, ਔਰ ਕਿੰਨਾ ਲੰਮਾ ਸਮਾਂ ਉਹ ਲੈਂਟਰ ਪਾਉਣ ਨੂੰ ਲੱਗ ਜਾਂਦਾ। ਭਾਵੇਂ ਉਹਦੇ ਵਿੱਚ ਵੀ ਸੰਗਤਾਂ ਦੀ ਹੱਥੀਂ ਸੇਵਾ ਹੋ ਜਾਂਦੀ, ਪਰ ਸਾਰ ਸੰਗਤ ਵਕਤ ਦੇ ਨਾਲ ਬਹੁਤ ਤਬਦੀਲੀਆਂ ਆ ਜਾਂਦੀਆਂ ਨੇ। ਜੇ ਆਪਾਂ ਉਸ ਹਿਸਾਬ ਦੇ ਨਾਲ ਇਸ ਹਾਲ ਦੀ ਸੇਵਾ ਸ਼ੁਰੂ ਕਰਦੇ, ਫਿਰ ਤੇ ਕਈ ਸਾਲ ਹੋਰ ਵੀ ਲੱਗ ਜਾਂਦੇ। ਪਰ ਆਪਣੇ ਵਾਸਤੇ ਇੱਕ ਇਹ ਵੀ ਸਮੱਸਿਆ ਸੀ, ਲੰਗਰ ਵਾਸਤੇ ਆਪਾਂ ਬਹੁਤੀ ਦੇਰ ਬਾਹਰਲੇ ਪਾਸੇ ਆਪਾਂ ਸ਼ੈੱਡ ਬਣਾਇਆ ਤੇ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਉੱਥੇ ਵੀ ਆਪਾਂ ਨੂੰ ਦਿੱਕਤ ਤੇ ਕੋਈ ਨਹੀਂ ਆਈ, ਪਰ ਫਿਰ ਵੀ ਸ਼ੈੱਡ ਤੇ ਸ਼ੈੱਡ ਹੀ ਹੁੰਦਾ ਨਾ, ਇਮਾਰਤ ਹੀ ਹੁੰਦੀ ਹੈ। ਤੋ ਇਸ ਗੱਲ ਨੂੰ ਧਿਆਨ ਰੱਖ ਕੇ ਭਾਈ ਇਹ ਸਾਰਾ ਕੰਮ ਭਾਵੇਂ ਮਸ਼ੀਨੀ ਹੋਇਆ, ਪਰ ਫਿਰ ਵੀ ਜਿਨ੍ਹਾਂ ਸੇਵਾਦਾਰਾਂ ਨੇ, ਜਿਨ੍ਹਾਂ ਮਸ਼ੀਨਾਂ ਵਾਲੇ ਸੱਜਣਾ ਨੇ
ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਇਆ। ਮਹਾਂਪੁਰਖਾਂ ਦੇ ਪਾਵਨ ਪਵਿੱਤਰ ਸਥਾਨ ਵੱਲੋਂ, ਇੱਥੋਂ ਦੇ ਪ੍ਰਬੰਧ ਵੱਲੋਂ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਵੀ ਕੀਤਾ ਜਾਂਦਾ। ਸਤਿਗੁਰੂ ਜੀ ਬਖਸ਼ਿਸ਼ ਕਰਨ, ਉਹਨਾਂ ਸਾਰਿਆਂ ਦੀ ਘਰ ਸੇਵਾ ਥਾਂ ਪਵੇ। ਆਓ ਦੀਵਾਨ ਆਪਾਂ ਬਹੁਤ ਲੰਮਾ ਅੱਜ ਇਹਦਾ ਵਿਸਥਾਰ ਨਹੀਂ ਕਰਨਾ, ਕਿਉਂਕਿ ਕੱਲ੍ਹ ਨੂੰ ਵਿਸ਼ੇਸ਼ ਤੌਰ 'ਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਉਸ ਮਹਾਨ ਪਵਿੱਤਰ ਸ਼ਤਾਬਦੀ ਨੂੰ ਸਮਰਪਿਤ ਦੀਵਾਨ ਸੱਜਣਾ ਹੈ। ਆਪਾਂ ਥੋੜ੍ਹੀ ਦੇਰ ਤੋਂ ਬਾਅਦ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰ ਦੇਣੀ ਹੈ। ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਆਏ ਨੇ, ਉਹ ਕੁਝ ਕੁ ਮਿੰਟਾਂ ਵਾਸਤੇ ਤੁਹਾਨੂੰ ਨਹੀਂ, ਕੋਈ ਨਹੀਂ, 5-7 ਮਿੰਟ ਵਾਸਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਉਸ ਤੋਂ ਬਾਅਦ ਆਪਾਂ ਅਰਦਾਸ ਕਰਕੇ ਫਿਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਹੁਕਮਨਾਮੇ ਤੋਂ ਬਾਅਦ ਜਿਹੜੀ ਇਹ ਰਸਮ ਹੈ ਉਹਦੇ ਮੁਤਾਬਕ ਆਪਾਂ ਇਸ ਲੰਗਰ ਹਾਲ ਦੀ ਇਮਾਰਤ ਦਾ ਉਦਘਾਟਨ ਕਰਾਂਗੇ, ਸੰਗਤਾਂ ਨੂੰ ਸਮਰਪਿਤ ਕਰ ਦਿਆਂਗੇ। ਦਾਸਾਂ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਅੱਜ ਦੇ ਇਸ ਮਹਾਨ ਪਵਿੱਤਰ ਦਿਹਾੜੇ 'ਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 400 ਸਾਲਾ ਜੋ ਅੱਜ ਪ੍ਰਕਾਸ਼ ਦਿਹਾੜਾ ਹੈ, ਉਸ ਮਹਾਨ ਪਵਿੱਤਰ ਦਿਹਾੜੇ ਦੀ ਇਸ ਸ਼ਤਾਬਦੀ ਪੁਰਬ ਦੀ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਉਸ ਸਥਾਨ 'ਤੇ ਸੁਸ਼ੋਭਿਤ ਹੋ ਜਿੱਥੇ ਮਹਾਨ ਤਪਸਵੀ ਬ੍ਰਹਮਵੇਤੇ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ, ਪੰਥ ਦੀ ਮਹਾਨ ਹਸਤੀ ਸੰਤ ਬਾਬਾ ਕਿਸ਼ਨ ਸਿੰਘ ਜੀ, ਸੰਤ ਬਾਬਾ ਤੇਜਾ ਸਿੰਘ ਜੀ, ਉਹਨਾਂ ਮਹਾਂਪੁਰਖਾਂ ਦੇ ਤਪ ਸਥਾਨ 'ਤੇ ਜੋ ਉਹਨਾਂ ਮਹਾਂਪੁਰਖਾਂ ਦੀ ਜਗ੍ਹਾ ਰਾੜਾ ਸਾਹਿਬ ਸੰਪਰਦਾ ਦੇ ਵਰਤਮਾਨ ਸਮੇਂ ਦੇ ਅੰਦਰ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਂਪੁਰਸ਼, ਜਿਨ੍ਹਾਂ ਮਹਾਂਪੁਰਸ਼ਾਂ 'ਤੇ ਉਹਨਾਂ ਮਹਾਂਪੁਰਖਾਂ ਦੀ ਤਪੱਸਿਆ ਦਾ ਕਿਰਪਾ ਰੂਪ ਦੇ ਵਿੱਚ ਜਿਹੜਾ ਇਹਨਾਂ ਨੂੰ ਉਦਮ ਤੇ ਬਲ ਬਖਸ਼ਿਆ ਹੈ। ਮਹਾਂਪੁਰਖਾਂ ਦੀ ਕਿਰਪਾ ਨੇ ਇਹਨਾਂ ਨੇ ਆਪਣੀ ਜ਼ਿੰਦਗੀ ਥੋੜ੍ਹੇ ਸਮੇਂ ਦੇ ਵਿੱਚ ਵੀ, ਕੋਈ ਬਹੁਤਾ ਸਮਾਂ ਨਹੀਂ ਹੋਇਆ ਜਿੱਦਾਂ ਮਹਾਂਪੁਰਖਾਂ ਨੂੰ ਜ਼ਿੰਮੇਵਾਰੀ ਸੰਭਾਈ ਗਈ ਹੈ, ਬਹੁਤ ਥੋੜ੍ਹੇ ਸਮੇਂ ਦੇ ਵਿੱਚ ਮੈਂ ਇਹ ਕਹਿਣਾ ਵੀ ਤਰੱਕੀਆਂ ਨੂੰ ਇਹਨਾਂ ਨੇ ਬੁਲੰਦੀਆਂ ਛੋਹੀਆਂ। ਜਿੰਨੇ ਕੰਮ ਕੀਤੇ ਇਹਨਾਂ ਨੇ, ਜੋ ਇੱਕ ਕੰਮ ਕਰਨ ਦੇ ਲਈ ਬਹੁਤ ਵਰੇ ਚਾਹੀਦੇ ਸੀ, ਉਹ ਭਾਵੇਂ ਈਸ਼ਰ ਮੈਕਰੋ ਮੀਡੀਆ ਬਣਾਉਣ ਦੀ ਗੱਲ ਹੈ, ਔਰ ਉਸ ਤੋਂ ਬਾਅਦ ਆਹ ਜਿਹੜੀ ਇਮਾਰਤ ਦੀ ਬਾਤ ਹੈ, ਜਿਸ ਇਮਾਰਤ ਦੇ ਵਿੱਚ ਅਸੀਂ ਬੈਠੇ ਹੋਏ ਹਾਂ, ਇਹ ਇਮਾਰਤ ਦਾ ਜਿਸ ਵੇਲੇ ਸ਼ੁਰੂਆਤ ਹੋਣੀ ਸੀ, ਜਿਸ ਨੂੰ ਕਾਰ ਸੇਵਾ ਵਾਲੇ ਟੱਪਾ ਲੱਗਣਾ ਕਹਿੰਦੇ ਹੈ, ਖੁਦਵਾਈ ਦਾ ਕੰਮ ਸ਼ੁਰੂ ਕਰਨ ਵੇਲੇ ਜੋ ਧਾਰਮਿਕ ਸਾਡੀਆਂ ਰਸਮਾਂ ਗੁਰਮਤਿ ਦੀਆਂ, ਉਦੋਂ ਅਰਦਾਸ ਦੇ ਵਿੱਚ ਮਹਾਂਪੁਰਖਾਂ ਨੇ ਦਾਸ ਦੇ ਸਰੀਰ ਨੂੰ ਯਾਦ ਕੀਤਾ ਤੇ ਮੈਂ ਵੀ ਸ਼ਾਮਲ ਸੀ। ਕਾਰ ਸੇਵਾ ਵਾਲੇ ਮਹਾਂਪੁਰਸ਼ ਜਿਨ੍ਹਾਂ ਦੀ ਸਾਡੀ ਸਿੱਖ ਜਗਤ ਦੇ ਵਿੱਚ ਇਹ ਸ਼ੋਭਾ ਹੈ ਕਿ ਉਹ ਬਹੁਤ ਜਲਦੀ ਇਮਾਰਤ ਬਣਾਉਂਦੇ ਹੈ, ਪਰ ਮੈਂ ਇਸ ਗੱਲ ਦੀ ਸੰਪਰਦਾ ਰਾੜਾ ਸਾਹਿਬ ਦੇ ਸਾਰਿਆਂ ਵਿਹੰਗਮਾਂ ਨੂੰ ਤੇ ਜਿਹੜੇ ਗ੍ਰਸਤੀ ਸਿੰਘ ਨੇ ਉਹਨਾਂ ਨੂੰ, ਔਰ ਜੋ ਟਰਸਟੀ ਵੀਰ ਨੇ ਉਹਨਾਂ ਨੂੰ ਤੇ ਮਹਾਂਪੁਰਸ਼ਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਵੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨਾਲੋਂ ਵੀ ਤੁਸੀਂ ਇਹ ਹਿੰਮਤ ਵਿਖਾਈ ਹੈ, ਤੁਸੀਂ ਬਹੁਤ ਜਲਦੀ ਇਹ ਕਾਰਜ ਨੇਪਰੇ ਚਾੜਿਆ ਹੈ।
ਇਹਦੇ ਵਿੱਚ ਮਹਾਂਪੁਰਸ਼ਾਂ ਦੀ ਤਪੱਸਿਆ ਦਾ ਬਲ ਹੈ, ਉਹਨਾਂ ਦੀ ਕਮਾਈ ਹੈ, ਕਿਰਪਾ ਰੂਪ ਦੇ ਅੰਦਰ ਮਹਾਂਪੁਰਸ਼ਾਂ ਨੂੰ ਜੋ ਹਿੰਮਤ ਬਖਸ਼ੀ ਗਈ ਹੈ। ਇਸ ਲਈ ਔਰ ਜਿਹੜਾ ਦੋਨਾਂ ਹੌਲਾਂ ਦਾ ਨਾਮ ਰੱਖਿਆ ਗਿਆ ਹੈ, ਮੁੱਢ ਨੂੰ ਨਹੀਂ ਛੱਡਿਆ ਗਿਆ, ਕਿਉਂਕਿ ਮੁੱਢ ਸਾਡਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਸਭ ਤੋਂ ਵੱਡਾ ਸਤਿਗੁਰੂ ਨਾਨਕ। ਕਈ ਵਾਰ ਧਾਰਮਿਕ ਮਸਲੇ ਖੜੇ ਹੁੰਦੇ ਨੇ, ਮਿਸਾਲ ਦੇ ਤੌਰ ਤੇ ਭਿੰਡਰੀ ਉੱਥੇ ਸਾਡੇ ਸੰਪਰਦਾਇ 'ਚ ਹਾਲ ਜਿਹੜਾ ਬਣਿਆ ਉਹਦਾ ਨਾਮ ਰੱਖਣ ਦੀ ਗੱਲ ਆਈ। ਕੁਝ ਸਿੰਘਾਂ ਨੇ ਕਿਹਾ ਜੀ ਸੰਤ ਸੁੰਦਰ ਸਿੰਘ ਜੀ ਦੇ ਨਾਂ 'ਤੇ ਰੱਖੋ, ਕੁਝ ਕਹਿੰਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਨਾਂ 'ਤੇ ਕਿਉਂ ਨਹੀਂ ਰੱਖਦੇ, ਕੁਝ ਕਹਿੰਦੇ ਜੀ ਸੰਤ ਬਾਬਾ ਖਜ਼ਾਨ ਸਿੰਘ ਦੇ ਨਾਂ 'ਤੇ ਰੱਖੋ। ਉਹਨਾਂ ਨੇ ਆਪਣੀ ਜ਼ਮੀਨ ਗੁਰਦੁਆਰੇ ਨੂੰ ਦਿੱਤੀ, ਸਾਰਾ ਜੀਵਨ ਲਾ ਦਿੱਤਾ, ਤੇ ਉਹਨਾਂ ਦੇ ਨਾਂ 'ਤੇ ਰੱਖੋ। ਸੰਤ ਚੁੱਪ ਰਹੇ। ਫਿਰ ਪੁੱਛਿਆ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਸ਼ੋ ਵੀ ਤੁਸੀਂ ਹੁਣ ਆਪਣਾ ਜਿਹੜਾ ਆਪਣੀ ਤੁਸੀਂ ਰਾਏ ਦਿਓ। ਉਹ ਕਹਿੰਦੇ ਭਾਈ ਇਸ ਤਰ੍ਹਾਂ ਕਰੋ, ਤੁਸੀਂ ਖਾਲਸਾ ਦੀਵਾਨ ਹਾਰ ਰੱਖ ਲਓ ਇਹਦਾ ਨਾਂ। ਤੂੰ ਸਾਰੀ ਕਹਿੰਦੇ ਏਕਾ ਨਾਂ ਰੱਖਾਂਗੇ, ਦੂਸਰੇ ਕਹਿਣਗੇ ਕਿੰਤੂ ਇਹ ਨਾ ਛੱਡੋ, ਜਾਂ ਫਿਰ ਤੁਸੀਂ ਸਭ ਦਾ ਮੁੱਢ ਗੁਰੂ ਨਾਨਕ ਹੈ, ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਰੱਖ ਲਓ। ਸਾਰੇ ਚੁੱਪ ਹੋ ਗਏ। ਤੇ ਇਸ ਤਰ੍ਹਾਂ ਸਾਧ ਸਿੰਘ ਜੀ ਕਈ ਵਾਰ ਮੈਂ ਇਹ ਕਹਿੰਦਾ ਵੀ ਇਹਨਾਂ ਦੀ ਜੋ ਪਰਮੇਸ਼ਰ ਨੇ ਵਿਵੇਕ ਬੁੱਧ ਬਖਸ਼ੀ ਹੈ ਮਹਾਂਪੁਰਸ਼ਾਂ ਨੂੰ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਤੋਂ ਵੱਡਾ ਤਾਂ ਸੰਸਾਰ ਵਿੱਚ ਕੋਈ ਨਹੀਂ ਨਾ ਹੈ। ਉਹ ਵੱਡਿਆਂ ਦਾ ਨਾਂ ਜਿਹੜਾ, ਜਿਨ੍ਹਾਂ ਦਾ ਨਾਂ ਸਾਡੇ ਵੱਡੇ ਜਪਦੇ ਰਹੇ, ਸੰਤ ਬਾਬਾ ਈਸ਼ਰ ਸਿੰਘ ਜੀ ਧਿਆਨ ਧਰਦੇ ਰਹੇ, ਜਿਨ੍ਹਾਂ ਦਾ ਚਰਨਾਂ ਦਾ, ਸੰਤ ਬਾਬਾ ਕਿਸ਼ਨ ਸਿੰਘ ਜੀ ਧਿਆਨ ਧਰਦੇ ਰਹੇ, ਸੰਤ ਬਾਬਾ ਤੇਜਾ ਸਿੰਘ ਜੀ ਧਿਆਨ ਧਰਦੇ ਰਹੇ। ਤੁਸੀਂ ਇਹ ਨਾਂ ਦੇ ਵਿੱਚ ਵੀ ਬਹੁਤ ਵੱਡੀ ਚੋਣ ਵਧੀਆ ਕੀਤੀ ਹੈ। ਦੂਸਰੀ ਬਾਤ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ, ਅੱਜ ਤੋਂ ਪੂਰੇ 400 ਸਾਲ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਅੱਜ ਦਾ ਮਾਹੌਲ ਦੇਖੋ ਵੀ ਕੀ ਸੀ। ਇਹ ਗੱਲਾਂ ਆਪਾਂ ਕੱਲ੍ਹ ਨੂੰ ਕਰਾਂਗੇ। ਤੇ ਮੈਨੂੰ ਤਾਂ ਬਲਕਿ ਸੰਸਾ ਸੀ, ਮਹਾਂਪੁਰਖਾਂ ਦਾ ਹੁਕਮ ਸੀ। ਮੈਂ ਕਿਹਾ ਜੀ ਮੈਂ ਇਦੋਂ ਪਹਿਲਾਂ ਦਿੱਤੂਪੁਰ ਨਗਰ ਦੇ ਵਿੱਚ ਮੈਂ ਉਹਨਾਂ ਨੂੰ ਵਚਨ ਦੇ ਬੈਠਾ, ਵਚਨ ਮੈਂ ਹਾਰਨਾ ਨਹੀਂ ਚਾਹੁੰਦਾ, ਔਰ ਅਰਦਾਸ ਤੋਂ ਪਿੱਛੇ ਵੀ ਨਹੀਂ ਰਹਿਣਾ ਚਾਹੁੰਦਾ। ਤੁਹਾਡਾ ਹੁਕਮ ਹੋਇਆ। ਫਿਰ ਰਾੜਾ ਸਾਹਿਬ ਦੇ ਮੁਖੀ ਮਹਾਂਪੁਰਸ਼ਾਂ ਦਾ ਹੁਕਮ ਆਇਆ ਹੋਵੇ, ਤੇ ਜਦੋਂ ਜਦ ਤੋਂ ਇਹਨਾਂ ਦੇ ਸਿਰ ਦੇ ਉੱਤੇ ਵੱਡਿਆਂ ਦੀ ਦਸਤਾਰ ਸਜਾ ਲਈ, ਅਸੀਂ ਵੱਡਿਆਂ ਦਾ ਹੁਕਮ ਮੰਨਦੇ ਹਾਂ, ਇਹਨਾਂ ਦਾ ਹੁਕਮ। ਇਹਨਾਂ ਨੇ ਫਿਰ ਮੈਨੂੰ ਥੋੜ੍ਹੀ ਜਿਹੀ ਛੋਟ ਦੇ ਦਿੱਤੀ, ਕਹਿੰਦੇ ਵੀ ਤੁਸੀਂ 12 ਵਜੇ ਤੱਕ, ਪੌਣੇ 12 ਤੱਕ ਵੀ ਆ ਜਾਓ। ਮਹਾਰਾਜ ਨੇ ਕਿਰਪਾ ਕੀਤੀ, ਮੈਂ 11:30 ਆ ਗਿਆ ਇੱਥੇ। ਉਹ ਮੈਂ ਪਹਿਲਾਂ ਉੱਧਰ ਫਿਰਦਾ ਰਿਹਾ ਵੀ ਉੱਧਰ ਮਹਾਂਪੁਰ, ਮੈਨੂੰ ਪਤਾ ਨਹੀਂ ਸੀ ਵੀ ਦੀਵਾਨ ਸਜਿਆ ਵਾ ਨਾਲ। ਫਿਰ ਮੈਂ ਕਿਹਾ ਭਾਈ ਮੈਂ ਤਾਂ ਉਹ ਜਿਵੇਂ ਮਰਾਸੀ ਸੁਨੇਹਾ ਦੇਣ ਗਿਆ ਵਾ ਨਾ, ਜੁੱਤੀ ਲਾ ਕੇ ਭੱਜ ਲਿਆ ਸੀ ਵੀ ਮੈਨੂੰ ਤੁਸੀਂ ਮਾੜਾ ਜਿਹਾ ਬਾਥਰੂਮ ਦੱਸੋ, ਮੈਂ ਉੱਧਰ ਜਾ ਕੇ ਫਿਰ ਜਾਵਾਂ। ਤੇ ਇਸ ਕਰਕੇ ਨਹੀਂ, ਮੈਂ 11:30 ਆ ਗਿਆ। 15 ਮਿੰਟ ਪਹਿਲਾਂ ਜਿਹੜਾ ਵਚਨ ਕਰਿਆ ਸੀ ਇਹਨਾਂ ਨਾਲ ਪਹਿਲਾਂ ਆ ਗਿਆ। ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਬਸ ਤਨਕ ਮਾਤਰ ਗੱਲ ਕਹਿ ਕੇ ਮੈਂ ਸਮਾਪਤ ਹੀ ਕਰਦਾ। ਬਿਕਰਮੀ ਸੰਮਤ ਦੇ ਨਾਲ ਸਾਡਾ ਇਤਿਹਾਸ ਹੈ। ਬਿਕਰਮੀ ਸੰਮਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਇਹ ਜਿਹੜਾ ਬਿਕਰਮੀ ਸੰਮਤ ਹੈ 1678 ਬਿਕਰਮੀ ਸੰਮਤ, ਜਿਹੜਾ ਅੱਜ 2078 ਹੈ। ਵਿਸਾਖ ਬਦੀ ਪੰਚਮੀ, ਜਿਹੜੀ ਅੱਜ ਵਿਸਾਖ ਬਦੀ ਪੰਚਮੀ ਹੈ, ਉਸ ਦਿਨ ਮੰਗਲਵਾਰ ਸੀ। ਦਿਨ ਇਹ ਚੱਕਰ ਖਾ ਜਾਂਦੇ ਨੇ ਸਾਲ ਦੇ ਸੰਮਤਾਂ ਦੇ ਨਾਲ। ਦਿਨ ਮੰਗਲਵਾਰ ਸੀ ਤੇ ਸਵਾ ਪਹਿਰ ਰਾਤ ਰਹਿੰਦੀ ਸੀ ਅਜੇ, ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪ੍ਰਗਟ ਹੋਏ। ਤੇਗ ਬਹਾਦਰ ਸਿਮਰਿਐ ਕਰ ਨੌ ਨਿਧ ਆਵੈ ਧਾਏ। ਟੋਟਾ ਤਾਂ ਪਹਿਲਾਂ ਹੀ ਕਿਸੇ ਗੱਲ ਦਾ ਨਹੀਂ ਹੈ। ਇੱਥੇ ਮਹਾਂਪੁਰਖਾਂ ਦਾ ਤਪ ਸਥਾਨ ਹੈ, ਪਰ ਜਿਹੜਾ ਉਹਨਾਂ ਦਾ ਨਾਂ ਰੱਖ ਲਿਆ ਨਾ, ਤੇਗ ਬਹਾਦਰ ਹਾਲ ਗੁਰੂ ਸਾਹਿਬ ਜੀ ਦੇ ਨਾਂ 'ਤੇ, ਉਹਨਾਂ ਦੇ ਨਾਂ ਲੈਣ ਵਾਲੇ ਨੂੰ ਕਈ ਲੜੇ ਮੈਦਾਨ 'ਚ ਬਹਿ ਜੇ ਤਾਂ ਵੀ 9 ਨਿਧਾਂ ਆ ਜਾਂਦੀਆਂ ਨੇ ਉੱਥੇ। ਇਹ ਗੁਰੂ ਗੋਬਿੰਦ ਸਿੰਘ ਦੇ ਬਚਨ, ਤੇਗ ਬਹਾਦਰ ਸਿਮਰਿਆ ਕਰ 9 ਨਿਧ ਆਵੈ ਧਾਏ। ਸੋ ਇਸ ਕਰਕੇ ਭਾਈ ਅੱਜ ਦੇ ਦਿਨ ਮਹਾਰਾਜ ਸਾਹਿਬ ਜੀ ਨੇ, ਆਪਾਂ ਇਹ ਕੱਲ੍ਹ ਨੂੰ ਕਰਾਂਗੇ ਗੱਲਾਂ,
5 ਪੁੱਤਰ ਸੀ। ਕਿਸੇ ਪੁੱਤਰ ਦੇ ਜਨਮ ਵੇਲੇ ਗੁਰੂ ਸਾਹਿਬ ਜੀ ਨੇ ਕਿਸੇ ਪੁੱਤਰ ਨੂੰ ਮੱਥਾ ਨਹੀਂ ਸੀ ਟੇਕਿਆ। ਨਾ ਕੋਈ ਪਿਓ ਪੁੱਤ ਨੂੰ ਮੱਥਾ ਟੇਕਦਾ ਹੁੰਦਾ ਹੈ, ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਦਰਸ਼ਨ ਕੀਤੇ ਪਹਿਲੀ ਵਾਰ ਅੱਜ ਦੇ ਦਿਨ, ਇਸ ਸਮੇਂ ਜਿਹੜਾ ਸਮਾਂ ਚੱਲ ਰਿਹਾ, ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਮੱਥਾ ਟੇਕਿਆ। ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਬੋਲ ਪੜੋ। ਮਹਾਰਾਜ ਸਾਹਿਬ ਜੀ ਨੇ ਜਿਸ ਵੇਲੇ ਨਮਸਕਾਰ ਕੀਤੀ ਤੇ ਗਰੀਬ ਨਿਵਾਜ ਸਤਿਗੁਰੂ ਨੇ ਦੇਖ ਪੁੱਤਰ ਜਿਹੇ ਰੂਪ ਅਪਾਰਾ, ਹਾਥ ਜੋਰ ਗੁਰ ਬੰਦਨ ਧਾਰਾ, ਹੱਥ ਬੰਨ੍ਹ ਕੇ ਮੱਥਾ ਟੇਕਿਆ। ਤਾਂ ਵਿਧੀ ਚੰਦ ਤੋਂ ਬਰਦਾਸ਼ਤ ਨਾ ਹੋਇਆ, ਕਹਿਣ ਲੱਗੇ ਮਹਾਰਾਜ ਕਿਉਂ ਸੁਤ ਕੋ ਬੰਦਨ ਕੀ, ਕਿਉਂ ਮੱਥਾ ਟੇਕਿਆ ਪੁੱਤਰ ਨੂੰ, ਪਿਓ ਪੁੱਤ ਦਾ ਰਿਸ਼ਤਾ ਹੈ। ਤਾਂ ਮਹਾਰਾਜ ਨੇ ਕਿਹਾ ਸੀ ਗੋਪ ਕਥਾ, ਇਹ ਕਥਾ ਗੁਪਤ ਹੈ, ਇੱਥੇ ਚੁੱਪ ਕਰ ਜਾ। ਮੈਂ ਪੁੱਤਰ ਨੂੰ ਮੱਥਾ ਨਹੀਂ ਟੇਕਿਆ, ਮੈਂ ਇਹਨਾਂ ਦੀ ਕਰਨੀ ਨੂੰ ਮੱਥਾ ਟੇਕਿਆ ਜੋ ਇਹਨਾਂ ਨੇ ਵੱਡੇ ਹੋ ਕੇ ਕਰਨੀ ਹੈ। ਉਸ ਗੁਰੂ ਸਾਹਿਬ ਦੇ ਨਾਂ 'ਤੇ ਦੀਵਾਨ ਹਾਲ ਦਾ ਨਾਂ ਉੱਪਰਲੀ ਦਾ ਰੱਖਿਆ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਔਰ ਇਹ ਸੁੰਦਰ ਇਮਾਰਤਾਂ ਦੀਆਂ ਵੀ ਆਪ ਸਾਰੀ ਸੰਪਰਦਾ ਦੇ ਨਾਲ ਜੋ ਗ੍ਰਸਤੀ, ਜੋ ਵਿਹੰਗਮ, ਜੋ ਇੱਥੋਂ ਤੋਂ ਬਰੋਸਾ ਹੋ ਕੇ ਕਿਤੇ ਕਿਤੇ ਵੀ ਬੈਠੇ ਹੈ, ਉਹ ਸਾਰਿਆਂ ਗੁਰਮੁਖਾਂ ਨੂੰ ਦਾਸ ਵੱਲੋਂ ਲੱਖ ਲੱਖ ਵਧਾਈ ਹੋਵੇ। ਮੈਂ ਆਪਣੇ ਬਚਨਾਂ ਨੂੰ ਇੱਥੇ ਹੀ ਸੀਮਿਤ ਕਰਦਾ। ਗੁਰਪੁਰਬ ਦੇ ਮੁਤਲਕ ਆਪਾਂ ਕੱਲ੍ਹ ਨੂੰ ਰਲ ਮਿਲ ਕੇ ਵਿਚਾਰਾਂ, ਜੈਸਾ ਸਮਾਂ ਹੋਏਗਾ ਉਹਦੇ ਹਿਸਾਬ ਸਿੰਘ ਜੀ ਦੀਵਾਨ ਕਿੰਨੇ ਵਜੇ ਸਜਣਾ ਹੈ ਤੁਹਾਨੂੰ ਇੱਥੋਂ ਦੇ ਸੈਕਟਰੀ ਸਾਹਿਬ ਦੱਸਣਗੇ। ਦਾਸ ਨਹੀਂ ਸੀ ਚਾਹੁੰਦਾ, ਪਰ ਮਹਾਂਪੁਰਖਾਂ ਦਾ ਜਦੋਂ ਹੁਕਮ ਹੋ ਗਿਆ, ਇਹ ਕਹਿੰਦੇ ਵੀ ਨਹੀਂ ਕੁਝ ਮਿੰਟ ਹਾਜ਼ਰੀ ਭਰੀ ਜਾਏ, ਅਤੇ ਦਾਸ ਨੇ ਕੁਝ ਬਚਨਾਂ ਦੀ ਸਾਂਝ ਆਪ ਜੀ ਨਾਲ ਪਾਈ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਜੀਓ ਪਿੰਡ ਸਾਹਿਬ, ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉਚੇ। ਸਗਲ ਸਮਗਰੀ ਤੁਮਰੈ, ਤੁਮ ਤੇ ਹੋਏ ਸੋ, ਤੁਮਰੀ ਗਤ ਮਿਤ ਨਾਨਕ ਦਾਸ, ਜੇ ਤੁਧ ਆਗੈ ਜੀਉ ਪਿੰਡ ਸਭ, ਕਹੁ ਨਾਨਕ ਸਭ ਕੋਈ ਨਾਉ ਨ ਜਾਣੈ। ਵਾਹਿਗੁਰੂ 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 ਸਾਹਿਬ ਜੀ। ਤੀਨੇ ਤਾਪ ਨਿਵਾਰਣ ਹਾਰਾ, ਦੁਖ ਹੰਤਾ ਸੁਖ ਰਾਸ, ਤਾ ਕਉ ਬਿਘਨ ਨ ਕੋਊ ਲਾਗੈ, ਜਾਗੀ ਪ੍ਰਭ ਆਗੈ ਅਰਦਾਸ। ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਇ, ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨਉ ਸਿਮਰੋ, ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨਉ ਨਿਦਿਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਸ਼ਲੋਕ ਮਹੱਲਾ ਦੂਜਾ। ਆਪੇ ਜਾਣੈ ਕਰੇ ਆਪ, ਆਪੇ ਆਣੈ ਰਾਸ। ਤਿਸੈ ਅੱਗੇ ਨਾਨਕਾ ਖਲੇ ਕੀਚੈ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ, ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਠ, ਦਰਸ਼ਨ ਦੀਦਾਰਿਆਂ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ। ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, 50 ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ।
ਜਿਨ੍ਹਾਂ ਗੁਰਮੁਖਾਂ ਨਾਮ ਜਪਿਆ, ਵੰਡ ਛਕਿਆ, ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਸਿਦਕ ਨਹੀਂ ਹਾਰਿਆ। ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਜੀ। ਹੇ ਕਰੁਣਾ ਨਿਧਾਨ ਸਤਿਗੁਰੂ ਜੀ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ। ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ, ਧੰਨ ਧੰਨ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਜੀਓ। ਆਪ ਜੀ ਦੇ ਹਜੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਜੀ। ਆਪ ਜੀ ਦਾ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਕਰਮਸਰ ਰਾੜਾ ਸਾਹਿਬ ਵਿਖੇ ਮਹਾਰਾਜ ਜੀ ਮਹਾਂਪੁਰਖਾਂ ਵੱਲੋਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਓ। ਆਪ ਜੀਆਂ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਨਵੇਂ ਲੰਗਰ ਹਾਲ ਗੁਰੂ ਨਾਨਕ ਲੰਗਰ ਹਾਲ ਦੀਆਂ ਸੇਵਾਵਾਂ ਆਰੰਭ ਕੀਤੀਆਂ ਗਈਆਂ ਸਨ ਮਹਾਰਾਜ ਜੀਓ। ਐਸ ਵਕਤ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਮਹਾਰਾਜ ਜੀ। ਸਾਰੀਆਂ ਸੇਵਾਵਾਂ ਸੰਪੂਰਨ ਹੋਈਆਂ ਹਨ, ਨਵਾਂ ਲੰਗਰ ਹਾਲ ਬਣ ਕੇ ਤਿਆਰ ਹੋਇਆ ਹੈ। ਧੰਨ 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 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ ਜੀ। ਆਪ ਜੀਆਂ ਦੇ 400 ਸਾਲਾ ਪ੍ਰਕਾਸ਼ ਦਿਹਾੜਿਆਂ ਦੀ ਖੁਸ਼ੀ ਅੰਦਰ ਸਮਰਪਿਤ ਹੁੰਦੇ ਹੋਏ ਇਸ ਨਵੇਂ ਲੰਗਰ ਹਾਲ ਦੇ ਉਦਘਾਟਨ ਦੀ ਖੁਸ਼ੀ ਦੇ ਵਿੱਚ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ ਜੀ ਕੇ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਮਹਾਰਾਜ ਜੀ। ਆਪ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਬਾਣੀ ਆਦਿ ਤੋਂ ਮੱਧ ਤੋਂ ਅੰਤ ਸੰਪੂਰਨ ਪੜ੍ਹ ਕੇ ਭੋਗ ਪਾਏ ਗਏ ਹਨ। 6 ਪੌੜੀਆਂ ਆਨੰਦ ਸਾਹਿਬ ਜੀ ਦਾ ਪਾਠ ਕੀਤਾ ਹੈ। ਉਸ ਤੋਂ ਉਪਰੰਤ ਆਪ ਜੀ ਕੀ ਹਜ਼ੂਰੀ ਵਿਖੇ ਇਸ ਅਸਥਾਨ ਤੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਦੀਵਾਨਾਂ ਵਿੱਚ ਬੇਅੰਤ ਮਹਾਂਪੁਰਖਾਂ ਨੇ ਹਾਜ਼ਰੀ ਭਰੀ ਹੈ। ਗੁਰਬਾਣੀ ਦੁਆਰਾ ਕੀਰਤਨ ਵਿਚਾਰਾਂ ਹੋਈਆਂ ਹਨ ਮਹਾਰਾਜ ਜੀ। ਇੰਨੇ ਸਮੇਂ ਦੌਰਾਨ ਬਾਣੀ ਪੜ੍ਹਦਿਆਂ, ਸੇਵਾ ਸਤਿਕਾਰ ਕਰਦਿਆਂ, ਕੀਰਤਨ ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਜਿਹੇ ਬੱਚੇ ਜਾਣ ਕੇ ਮੁਆਫ ਕਰਨਾ। ਅੱਗੇ ਵਾਸਤੇ ਸੁੱਧ ਸਪਸ਼ਟ ਇਕਾਗਰ ਮਨ ਹੋ ਕੇ ਬਾਣੀ ਪੜ੍ਹਨ ਦਾ, ਸੇਵਾ ਕਰਨ ਦਾ, ਕੀਰਤਨ ਕਥਾ ਵਿਚਾਰਾਂ ਕਰਨ ਦਾ ਬਲ ਬਖਸ਼ਣਾ ਮਹਾਰਾਜ ਜੀ। ਐਸ ਵਕਤ ਆਪ ਜੀ ਦੇ ਚਰਨਾਂ ਵਿੱਚ ਸਮੂਹ ਸੰਗਤਾਂ ਦੀ ਮਹਾਂਪੁਰਖਾਂ ਦੀ ਅਰਦਾਸ ਬੇਨਤੀ ਹੈ ਮਹਾਰਾਜ ਜੀ। ਆਪ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਨਵੇਂ ਲੰਗਰ ਹਾਲ ਦੀ ਇਮਾਰਤ ਦੀ ਬਖਸ਼ਿਸ਼ ਕੀਤੀ ਹੈ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਧੰਨਵਾਦ ਹੈ ਮਹਾਰਾਜ ਜੀਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਮੂਹ ਸੰਗਤਾਂ ਵੱਲੋਂ, ਸਮੂਹ ਮਹਾਂਪੁਰਖਾਂ ਵੱਲੋਂ, ਸੰਪਰਦਾਇ ਵੱਲੋਂ ਆਪ ਜੀ ਨੂੰ ਆਪ ਜੀਆਂ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਕਿਰਪਾ ਕਰੋ ਇਸੇ ਤਰ੍ਹਾਂ ਮਹਾਂਪੁਰਖਾਂ ਦੇ ਸਿਰ ਤੇ, ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਸੇਵਾਵਾਂ ਲੈਂਦੇ ਰਹਿਣਾ। ਗੁਰਦੁਆਰਾ ਸ਼੍ਰੀ ਕਰਮਸਰ ਰਾੜਾ ਸਾਹਿਬ ਸੰਪਰਦਾਇ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਗੁਰਬਾਣੀ ਦੇ ਕੀਰਤਨ ਕਥਾ ਵਿਚਾਰਾਂ ਪ੍ਰਚਾਰ ਕਰਨ ਦਾ ਬਲ ਅਤੇ ਉਦਮ ਬਖਸ਼ਿਸ਼ ਕਰਨਾ। ਇਹਨਾਂ ਹੀ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਆਪ ਜੀ ਦੇ ਹੀ ਬਖਸ਼ੇ ਹੋਏ ਪਾਵਨ ਪਵਿੱਤਰ ਭੰਡਾਰਿਆਂ ਦੇ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਆਪ ਜੀ ਭੋਗ ਲਾਓ। ਸ਼ੀਤ ਪ੍ਰਸਾਦ ਸਾਧ ਸੰਗਤ ਵਿੱਚ ਵਰਤੇ। ਜੋ ਜੀ ਛਕੇ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਕਰੋ ਕਿਰਪਾ। ਆਪ ਜੀਆਂ ਨੂੰ ਸੁੰਦਰ ਰੁਮਾਲੇ ਪਹਿਨਾਏ ਗਏ ਹਨ। ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਲੋਕ ਵਿਖੇ ਪੜਦੇ ਕੱਜਣੇ ਮਹਾਰਾਜ ਜੀ। ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ ਹੈ, ਇੱਕ ਹੋਰ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਬਾਣੀ ਪੜ੍ਹਨ ਦਾ, ਸੇਵਾ ਕਰਨ ਦਾ ਬਲ ਅਤੇ ਉਦਮ ਬਖਸ਼ਿਸ਼ ਕਰਨਾ। ਇਹਨਾਂ ਹੀ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ ਬੇਅੰਤ ਸੰਗਤਾਂ ਨੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ। ਸਭ ਦੀ ਹਾਜ਼ਰੀ ਅਤੇ ਤਿਲ ਫੁੱਲ ਭੇਟਾ ਆਪ ਜੀਆਂ ਦੇ ਦਰ ਤੇ ਪ੍ਰਵਾਨ ਕਰੋ। ਸਭ ਨੂੰ ਗੁਰਸਿੱਖੀ ਜੀਵਨ ਨਾਮਦਾਨ ਭਰੋਸਾ ਬਖਸ਼ਣਾ, ਖੁਸ਼ੀਆਂ ਬਖਸ਼ਣੀਆਂ ਮਹਾਰਾਜ ਜੀ। ਆਪ ਜੀ ਦੇ ਚਰਨਾਂ ਵਿੱਚ ਸਮੂਹ ਸੇਵਾਦਾਰਾਂ ਦੀ, ਮਹਾਂਪੁਰਖਾਂ ਦੀ ਬੇਨਤੀ ਹੈ,
ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਨਿਹਾਲ ਕਰੋ। ਉਸ ਤੋਂ ਉਪਰੰਤ ਗੁਰੂ ਨਾਨਕ ਲੰਗਰ ਹਾਲ ਦੇ ਉਦਘਾਟਨ ਕਰਨ ਦੇ ਆਰੰਭਤਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਿਰਪਾ ਕਰੋ ਸਹੀ ਪਿਆਰਿਆਂ ਦਾ ਮੇਲ ਕਰਾਉਣਾ। ਜਿਨ੍ਹਾਂ ਮਿਲਿਆ ਆਪ ਜੀ ਦਾ ਹੀ ਨਾਮ ਅੱਠੇ ਪਹਿਰ ਚਿਤ ਆਵੇ। ਕਲਾ ਵਾਹਿਗੁਰੂ ਜੀ ਕੀ ਵਰਤੇ। ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰਪੂਰਾ ਜਿਨ ਸਿਮਰਿਆ, ਸਈ ਭਏ ਨਿਹਾਲ। ਨਾਨਕ ਨਾਮ ਅਰਾਧਨਾ, ਕਾਰਜ ਆਵੈ ਰਾਸ। ਤੇਗ ਬਹਾਦਰ ਕੇ ਚਲਤ, ਭਇਓ ਜਗਤ ਕੋ ਸੋਕ। ਹੈ ਸਭ ਜਗ ਭਇਓ, ਜੈ 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 ਸੁਰ ਲੋਕ। ਸੋ ਕਹੁ ਟਲ ਗੁਰ ਸੇਵੀਐ, ਅਹਨ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਜੀ ਜੰਤ ਸਭ ਵਸ ਕਰ ਦੀਨੇ, ਸੇਵਕ ਸਭ ਦਰਬਾਰੇ। ਅੰਗੀਕਾਰ ਕੀਓ ਪ੍ਰਭ ਆਪਣੇ, ਭਵ ਨਿਧ ਪਾਰ ਉਤਾਰੇ। ਜੀ ਜੰਤ ਸਭ ਵਸ ਕਰ ਦੀਨੇ, ਸੇਵਕ ਸਭ ਦਰਬਾਰੇ। ਅੰਗੀਕਾਰ ਕੀਓ ਪ੍ਰਭ ਆਪਣੇ, ਭਵ ਨਿਧ ਪਾਰ ਉਤਾਰੇ। ਸੰਤਨ ਕੇ ਕਾਰਜ ਸਗਲ ਸਵਾਰੇ, ਦੀਨ ਦਿਆਲ ਕਿਰਪਾਲ ਕਿਰਪਾ ਨਿਧ। ਪੂਰਨ ਖਸਮ ਹਮਾਰੇ। ਰਹਾਉ ਆਓ ਬੈਠ ਆਦਰ ਸਭ ਥਾਈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ